हाँ जी नमस्कार राम राम सत श्री अकाल जी। स्वागत है जी ਤੁਹਾਡਾ ਸਾਰਿਆਂ ਦਾ ਸਾਡੇ ਇਸ ਆਨਲਾਈਨ ਪਲੇਟਫਾਰਮ ਦੇ ਉੱਪਰ। ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਹੋਏ ਹਾਂ ਬਈ EVS ਦੀ ਜਿਹੜੀ ਮੋਸਟ ਐਕਸਪੈਕਟਡ ਆਨਸਰ ਕੀ ਹੈ ਪੇਪਰ 1 ਦੇ ਲਈ ਉਹਨੂੰ ਡਿਸਕਸ ਕਰਨ ਵਾਸਤੇ। ਠੀਕ ਹੈ ਤਾਂ ਆਜੋ ਵੀ ਫਟਾਫਟ ਕਰ ਲਓ ਵੀ ਜੁਆਇਨ ਸੈਸ਼ਨ ਨੂੰ ਤੇ ਦੇਖੋ ਵੀ ਤੁਹਾਡੇ ਕਿੰਨੇ ਨੰਬਰ ਬਣ ਰਹੇ ਆ EVS ਦੇ ਵਿੱਚ। ਤਾਂ ਦੇਖੋ EVS ਦਾ ਜਿਹੜਾ ਆਪਣੇ ਕੋਲ ਪੇਪਰ ਆਇਆ ਨਾ ਬਿਲਕੁਲ ਬੇਸਿਕ ਜਿਹਾ ਪੇਪਰ ਆਇਆ ਜੋ ਆਪਾਂ ਕਲਾਸਰੂਮ ਦੇ ਵਿੱਚ ਗੱਲਾਂ ਕਰਦੇ ਆ ਨਾ ਵੀ ਇਹ ਚੀਜ਼ ਹੋ ਸਕਦੀ ਹੈ, ਆਪਾਂ ਬੱਚੇ ਦੇ ਪ੍ਰਤੀ ਇਹ ਚੀਜ਼ ਕਰ ਸਕਦੇ ਹਾਂ ਹਨਾ। ਤਾਂ ਬਿਲਕੁਲ ਉਹਦੇ ਬੇਸ ਤੇ ਆਪਣੇ ਕੋਲੇ ਕੁਐਸਚਨ ਪੇਪਰ ਤੁਹਾਨੂੰ ਦੇਖਣ ਨੂੰ ਮਿਲਿਆ ਹੈ ਹਨਾ। ਕੋਈ ਜ਼ਿਆਦਾ ਲੈਂਥੀ ਪੇਪਰ ਨਹੀਂ ਸੀਗਾ, ਕੋਈ ਜ਼ਿਆਦਾ ਔਖਾ ਨਹੀਂ ਸੀਗਾ, ਬਿਲਕੁਲ ਸਿੰਪਲ ਬੇਸਿਕ ਅੰਡਰਸਟੈਂਡਿੰਗ ਦੇ ਉੱਪਰ ਆਪਣੇ ਕੋਲੇ ਪੇਪਰ ਸੀਗਾ। ਠੀਕ ਹੈ ਚਲੋ ਤਾਂ ਆਜੋ ਫਿਰ ਆਪਾਂ ਡਿਸਕਸ ਕਰ ਲੈਂਦੇ ਹਾਂ ਜਿਹੜੀ ਮੋਸਟ ਐਕਸਪੈਕਟਡ ਆਨਸਰ ਕੀ ਹੈ ਹਨਾ। ਸੋ ਸਭ ਤੋਂ ਪਹਿਲਾਂ ਜੀ ਆਪਣੇ ਕੋਲ ਕੁਐਸਚਨ ਸੀਗਾ ਇਨ ਰਾਜਸਥਾਨ ਟ੍ਰੈਡੀਸ਼ਨਲ ਵਾਟਰ ਹਾਰਵੈਸਟਿੰਗ ਇਜ਼ ਡਨ ਯੂਜ਼ਿੰਗ। ਆਪਾਂ ਗੱਲ ਕਰੀਏ ਰਾਜਸਥਾਨ ਦੀ ਹੈਨਾ ਤਾਂ ਰਾਜਸਥਾਨ ਦੇ ਵਿੱਚ ਪੁਰਾਣੇ ਸਮੇਂ ਤੇ ਆਪਾਂ ਪਾਣੀ ਨੂੰ ਹਾਰਵੈਸਟ ਕਰਨ ਦੀਆਂ ਜਿਹੜੀਆਂ ਟੈਕਨੀਕਸ ਯੂਜ਼ ਕਰਦੇ ਸੀਗੇ ਉਹ ਕਿਹੜੀਆਂ ਕਰਦੇ ਸੀ ਹੈਨਾ। ਕੈਨਾਲਸ ਦੇ ਰਾਹੀਂ, ਜੋਹਰਸ ਦੇ ਰਾਹੀਂ, ਅੰਡਰਗਰਾਉਂਡ ਪਾਈਪ ਦੇ ਰਾਹੀਂ ਜਾਂ ਆਪਣੇ ਕੋਲ ਕੰਕਰੀਟ ਰਿਜ਼ਰਵਾਇਰ ਸੀਗੇ। ਵੀ ਰਾਜਸਥਾਨ ਦੇ ਵਿੱਚ ਰਵਾਇਤੀ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਕੀਤੀ ਜਾਂਦੀ ਹੈ। ਤਾਂ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਹੈ ਤਾਂ ਆਪਣੇ ਕੋਲ ਆਪਸ਼ਨ ਨੰਬਰ ਕੀ ਆਏਗਾ ਜੀ, ਦੈਟ ਇਜ਼ ਆਪਸ਼ਨ ਨੰਬਰ ਬੀ। ਠੀਕ ਹੈ ਸੋ ਜੋਹੜ ਸੀਗੇ ਆਪਣੇ ਕੋਲ ਜਿਨ੍ਹਾਂ ਦੇ ਰਾਹੀਂ ਆਪਾਂ ਕੀ ਕਰਦੇ ਸੀਗੇ ਪਾਣੀ ਦੀ ਸੰਭਾਲ ਕਰਦੇ ਸੀ, ਮੀਂਹ ਦੇ ਪਾਣੀ ਦੀ ਸੰਭਾਲ ਕਰਦੇ ਸੀ। ਸੋ 121वें ਦਾ ਤੁਹਾਡਾ ਆਨਸਰ ਕੀ ਆਏਗਾ, ਆਪਸ਼ਨ ਨੰਬਰ ਬੀ। ਠੀਕ ਹੈ ਚਲੋ ਸੈਕੰਡ ਤੇ ਚਲਦੇ ਆਪਾਂ ਕੋਈ ਜ਼ਿਆਦਾ ਲੰਬੀ ਚੌੜੀ ਡਿਸਕਸ਼ਨ ਨਹੀਂ ਕਰਾਂਗੇ, ਜੋ ਆਪਣੇ ਕੋਲ ਐਕਸਪੈਕਟਡ ਆਨਸਰ ਬਣ ਰਹੇ ਹੈ ਉਹ ਆਪਾਂ ਡਿਸਕਸ ਕਰਾਂਗੇ ਇੱਥੇ। which of these shows the traditional approach to navigation। ਹੇਠ ਲਿਖਿਆਂ ਵਿੱਚੋਂ ਕਿਹੜੀ ਰਵਾਇਤੀ ਢੰਗ ਨਾਲ ਰਾਹ ਲੱਭਣ ਨੂੰ ਦਰਸਾਉਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਅਗਰ ਆਪਾਂ ਰਾਹ ਲੱਭਣਾ ਹੁੰਦਾ ਸੀਗਾ ਤਾਂ ਆਪਾਂ ਕਿਹੜੇ ਮੈਥਡਸ ਨੂੰ ਯੂਜ਼ ਕਰਦੇ ਸੀਗੇ। ਅੱਜ ਕੱਲ ਤਾਂ ਆਪਾਂ ਕਹਿੰਦੇ ਆ ਵੀ ਸਰ ਸਾਹਿਬ ਜਿਹੜਾ GPS ਹੈ ਉਹ ਆਇਆ ਹੋਇਆ ਹੈ ਹੈਨਾ, ਰੋਡ ਮੈਪਸ ਹੈ, ਗੂਗਲ ਮੈਪਸ ਹੈ ਉਹ ਆਏ ਹੋਏ ਆ, ਲੇਕਿਨ ਪੁਰਾਣੇ ਟਾਈਮ ਤੇ ਤਾਂ ਇਹ ਚੀਜ਼ਾਂ ਐਗਜ਼ਿਸਟ ਨਹੀਂ ਕਰਦੀਆਂ ਸੀਗੀਆਂ। ਸੋ ਟ੍ਰੈਡੀਸ਼ਨਲ ਢੰਗ ਕਿਹੜੇ ਸੀਗੇ ਆਪਣੇ ਕੋਲ, ਤਾਂ ਆਪਾਂ ਕਵਾਂਗੇ ਜੀ ਆਪਣੇ ਆਬਜ਼ਰਵਿੰਗ ਸਟਾਰਸ, ਰਿਵਰਸ ਐਂਡ ਲੈਂਡਮਾਰਕ। ਠੀਕ ਹੈ ਤਾਰਿਆਂ, ਨਦੀਆਂ ਅਤੇ ਸਮਾਰਕਾਂ ਦਾ ਨਿਰੀਖਣ ਕਰਨਾ, ਉਹਦੇ ਆਬਜ਼ਰਵੇਸ਼ਨ ਕਰਨਾ, ਉਹ ਆਪਾਂ ਨੂੰ ਕੀ ਦੱਸਦਾ ਸੀਗਾ ਜੀ, ਨੈਵੀਗੇਸ਼ਨ ਦੀ ਟ੍ਰੈਡੀਸ਼ਨਲ ਅਪਰੋਚ ਬਾਰੇ ਦੱਸਦਾ ਸੀਗਾ। ਠੀਕ ਹੈ ਸੋ ਸੈਕਿੰਡ ਦਾ ਵੀ ਆਪਣੇ ਕੋਲ ਆਪਸ਼ਨ ਕੀ ਆ ਜਾਏਗਾ, ਆਪਸ਼ਨ ਨੰਬਰ ਬੀ। ਕਲੀਅਰ ਹੈ ਬਈ। ਚਲੋ ਆਪਾਂ ਚਲਦੇ ਹਾਂ ਫਿਰ 123rd ਕੁਐਸਚਨ ਤੇ। दिख रहे हैं ना प्रॉपर, हाँ जी बिल्कुल दिख रहे हैं। चलो अगला है जी अपने को द इंस्ट्रक्शनल अप्रोच दैट मोस्ट इफेक्टिवली प्रमोट कंसेप्चुअल अंडरस्टैंडिंग इन EVS। वातावरण विज्ञान विच हेठ लिखियां विचों किहड़ी अध्यापन विधि धारनावां दी डूंगी समझ नूं प्रभावशाली तरीके नाल उत्साहित करती है ना। तो दसो भी ਲੈਕਚਰ ਬੇਸਡ ਟੀਚਿੰਗ ਕਿ ਤੁਸੀਂ ਬੱਚੇ ਨੂੰ ਪੜ੍ਹਾ ਦੋਗੇ, ਲੈਕਚਰ ਦੇ ਦੋਗੇ ਤਾਂ ਕਿ ਇੱਕ ਇਫੈਕਟਿਵ ਆਪਣੇ ਕੋਲ ਕਨਸੈਪਚੁਅਲ ਅੰਡਰਸਟੈਂਡਿੰਗ ਹੋਏਗੀ EVS ਦੇ ਪ੍ਰਤੀ। ਟੈਕਸਟ ਬੁੱਕ ਸੈਂਟਰ ਟੀਚਿੰਗ ਵੀ ਸਿਰਫ ਇੱਕ ਕਿਤਾਬ ਨੂੰ ਆਪਾਂ ਚੱਕਿਆ ਤੇ ਉਹਦੇ ਆਲੇ ਦੁਆਲੇ ਜੋ ਵੀ ਚੀਜ਼ਾਂ ਘੁੰਮਦੀਆਂ ਨੇ ਕਿਤਾਬ ਦੇ ਵਿੱਚ ਆਪਾਂ ਬੱਚੇ ਨੂੰ ਪੜ੍ਹਾਤਾ ਹੈਨਾ। ਕਿਤਾਬ ਕੇਂਦਰਿਤ ਅਧਿਆਪਨ ਕਿੱਦਾਂ ਹੁੰਦਾ ਹੈ, ਨਹੀਂ ਹੁੰਦਾ। ਇਨਕੁਆਇਰੀ ਬੇਸਡ ਲਰਨਿੰਗ, ਪੜਤਾਲ ਆਧਾਰਿਤ ਸਿਖਲਾਈ, ਤਾਂ ਬਿਲਕੁਲ ਠੀਕ ਹੈ ਜੀ। ਜਦੋਂ ਵੀ ਆਪਾਂ ਗੱਲ ਕਰਾਂਗੇ ਇਨਕੁਆਇਰੀ ਬੇਸਡ ਲਰਨਿੰਗ ਦੀ, ਆਪਾਂ ਕਹਿੰਦੇ ਆ ਜੀ ਬੱਚਾ ਕਰਕੇ ਸਿੱਖਦਾ ਹੈ। ਤਾਂ ਕਰਕੇ ਸਿੱਖਣ ਦੇ ਨਾਲ ਮਤਲਬ ਉਹ ਕੁਐਸਚਨ ਪੁੱਛੇਗਾ, ਉਸ ਕੁਐਸਚਨ ਦਾ ਉਹਨੂੰ ਜਵਾਬ ਮਿਲੇਗਾ, ਉਹਦੇ ਅੰਦਰ ਜਿਗਿਆਸਾ ਪੈਦਾ ਹੋਏਗੀ ਹੈਨਾ। ਤਾਂ ਪੜਤਾਲ ਆਧਾਰਿਤ ਸਿਖਲਾਈ ਆਪਣੇ ਕੋਲ ਕੀ ਹੈ, ਦ ਇੰਸਟਰਕਸ਼ਨਲ ਅਪਰੋਚ that most effectively promotes conceptual understanding in EVS। ਕਿਉਂਕਿ ਅਸੀਂ ਰੱਟਾ ਨਹੀਂ ਲਾਉਣਾ, ਅਸੀਂ ਸਿਰਫ ਇਦਾਂ ਕਰਨਾ ਹੈ ਵੀ ਐਕਚੁਅਲ ਦੇ ਵਿੱਚ ਕਿਉਰਿਓਸਿਟੀ ਪੈਦਾ ਹੋਵੇ ਬੱਚੇ ਦੇ ਵਿੱਚ, ਉਹ ਚੀਜ਼ਾਂ ਨੂੰ ਕਰਕੇ ਸਿੱਖੇ। ਤਾਂ ਇਨਕੁਆਇਰੀ ਬੇਸਡ ਲਰਨਿੰਗ ਦੇ ਨਾਲ ਕੀ ਹੁੰਦਾ ਜੀ ਆਪਣੇ ਕੋਲ, ਉਹ ਇਫੈਕਟਿਵਲੀ EVS ਨੂੰ ਸਿੱਖ ਸਕਦਾ ਹੈ। ठीक है चलो अगला क्वेश्चन है जी अपने को नीलू एन EVS टीचर ऑर्गेनाइज्ड ए फील्ड ट्रिप टू जू फॉर स्टूडेंट्स ऑफ क्लास सेकंड है ना। एक EVS ਦੇ ਟੀਚਰ ਹੈਗੇ ਆਪਣੇ ਨੀਲੂ ਜੀ, ਉਹਨਾਂ ਨੇ ਸੈਕੰਡ ਕਲਾਸ ਦੇ ਬੱਚਿਆਂ ਲਈ ਇੱਕ ਫੀਲਡ ਟ੍ਰਿਪ ਆਰਗੇਨਾਈਜ਼ ਕੀਤੀ ਹੈ। ਠੀਕ ਹੈ ਕਿੱਥੇ ਲੈ ਕੇ ਜਾਣਾ ਜੀ ਉਹਨਾਂ ਨੂੰ, ਜ਼ੂਲੋਜੀਕਲ ਪਾਰਕ ਯਾਨੀ ਜ਼ੂ ਦੇ ਵਿੱਚ ਲੈ ਕੇ ਜਾਣਾ ਹੈ। which of the following are the most appropriate objective of the trip to the zoo। ਹੇਠ ਲਿਖਿਆਂ ਵਿੱਚੋਂ ਚਿੜੀਆ ਘਰ ਦੇ ਦੌਰੇ ਦਾ ਸਭ ਤੋਂ ਢੁਕਵਾਂ ਉਦੇਸ਼ ਕੀ ਹੈ। ਰਿਕਾਲ ਨੇਮਸ ਆਫ ਐਨੀਮਲਸ ਇਨ ਦਾ ਜ਼ੂ, ਚਿੜੀਆ ਘਰ ਦੇ ਵਿੱਚ ਜਾਨਵਰਾਂ ਦੇ ਨਾਮ ਯਾਦ ਕਰਵਾਣੇ,
ਭਾਈ ਆ ਸ਼ੇਰ ਹੈ, ਆ ਹਿਰਨ ਹੈ ਹਨਾ, ਉਹਦੇ ਨਾਮ ਯਾਦ ਕਰਵਾਣੇ ਕਿ ਇਹ ਉਹਦਾ ਮਕਸਦ ਹੋਣਾ ਚਾਹੀਦਾ ਹੈ, ਆਪਾਂ ਕਹਾਂਗੇ ਨਹੀਂ, ਇਹ ਤਾਂ ਬਿਲਕੁਲ ਗਲਤ ਹੈ, ਨਾਮ ਤਾਂ ਅਸੀਂ ਯਾਦ ਕਰਵਾਣੇ ਹੀ ਨਹੀਂ ਨਾ। ਲਰਨ ਕਨਸੈਪਟ ਰਿਲੇਟਡ ਟੂ ਐਨੀਮਲਸ, ਜਾਨਵਰਾਂ ਨਾਲ ਸੰਬੰਧਿਤ ਸੰਕਲਪਾਂ ਨੂੰ ਸਿੱਖਣਾ ਨਾ ਭਾਈ। ਪ੍ਰਮੋਟ ਪ੍ਰੋਸੈਸ ਸਕਿੱਲਸ ਫॉर ਵਿਜ਼ਿਟਿੰਗ ਜੂ, ਹਾਂ ਚਿੜੀਆਘਰ ਦੇ ਦੌਰੇ ਲਈ ਪ੍ਰਕਿਰਿਆ ਹੁਨਰਾਂ ਨੂੰ ਉਤਸ਼ਾਹਿਤ ਕਰਨਾ, ਕਿ ਅਗਰ ਤੁਸੀਂ ਚਿੜੀਆਘਰ ਦੇ ਵਿੱਚ ਜਾ ਕੇ ਕੀ ਚੀਜ਼ਾਂ ਆਬਜ਼ਰਵ ਕਰਨੀਆਂ ਹੈ, ਕਿੰਨਾ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਹੈਨਾ, ਉਹਨਾਂ ਦੇ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ ਆਪਣੇ ਕੋਲ। ਪ੍ਰਮੋਟ ਪ੍ਰੋਸੈਸ ਸਕਿੱਲਸ ਫॉर ਵਿਜ਼ਿਟਿੰਗ ਜੂ, ਤਾਂ ਆਪਸ਼ਨ ਨੰਬਰ ਸੀ ਆਪਣੇ ਕੋਲ ਕੀ ਹੋਏਗਾ, ਬਿਲਕੁਲ ਸਹੀ ਹੋਏਗਾ। ਡੀ ਹੈ ਜੀ ਅਸੈਸਮੈਂਟ ਆਫ ਸਟੂਡੈਂਟ ਲਰਨਿੰਗ ਐਟ ਨਹੀਂ, ਅਸੈਸਮੈਂਟ ਨਹੀਂ ਕਰਨੀ ਆਪਾਂ ਇੱਥੇ ਫਿਲਹਾਲ, ਠੀਕ ਹੈ, ਮੁਲਾਂਕਣ ਨਹੀਂ ਕਰਨਾ। ਸੋ 124 ਦਾ ਆਂਸਰ ਕੀ ਆ ਜਾਏਗਾ ਆਪਣੇ ਕੋਲ, ਆਪਸ਼ਨ ਨੰਬਰ ਸੀ। ਚਲੋ ਹੁਣ ਚਲਦੇ ਹਾਂ ਆਪਾਂ 125 ਨੰਬਰ ਕੁਐਸਚਨ ਤੇ। ਕੀ ਕਹਿ ਰਿਹਾ ਜੀ ਆਪਾਂ ਨੂੰ 125 ਨੰਬਰ ਕੁਐਸਚਨ, A traditional house in Kerala called Nallukettu is designed to, ਕੇਰਲ ਦੇ ਰਵਾਇਤੀ ਘਰ ਜਿਸ ਨੂੰ ਨਾਲੂਕੇਟੂ ਕਿਹਾ ਜਾਂਦਾ ਹੈ ਨੂੰ ਹੇਠ ਲਿਖਿਆਂ ਵਿੱਚ ਕਿਸ ਮੰਤਵ ਲਈ ਬਣਾਇਆ ਜਾਂਦਾ ਹੈ, ਤਾਂ ਦੱਸੋ ਬਈ ਕਿਸ ਮੰਤਵ ਲਈ ਬਣਾਇਆ ਜਾਂਦਾ ਹੈ ਨਾਲੂਕੇਟੂ, ਹੈਨਾ, ਭੂਚਾਲ ਦੇ ਝਟਕਿਆਂ ਨੂੰ ਸਹਿਣ ਕਰਨ ਵਾਸਤੇ ਨਹੀਂ ਜੀ, ਹੜ੍ਹਾਂ ਦੀ ਮਾਰ ਝੱਲਣ ਵਾਸਤੇ ਨਹੀਂ ਜੀ, ਹਵਾਦਾਰ ਬਣਾਉਣ ਅਤੇ ਭਾਰੀ ਬਾਰਿਸ਼ ਤੋਂ ਬਚਾਉਣ ਵਾਸਤੇ। ਤਾਂ ਬਿਲਕੁਲ ਆਪਸ਼ਨ ਨੰਬਰ ਸੀ ਆਪਣੇ ਕੋਲ ਆਏਗਾ, ਜਿਹੜਾ ਨਾਲੂਕੇਟੂ ਬਣਾਇਆ ਜਾਂਦਾ ਨਾ, ਇਹਦਾ ਆਂਗਨ ਹੋ ਗਿਆ मतलब हवादार, प्लस दूजे पासे ਆਪਾਂ ਗੱਲ ਕਰੀਏ ਜਿਹੜੀ ਇਹਨਾਂ ਦੀਆਂ ਰੂਫਸ ਹੁੰਦੀਆਂ ਉਹ ਸਲੋਪ ਬਣਾਇਆ ਜਾਂਦੀਆਂ ਹੈ ਤਾਂ ਕਿ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹ ਖੜਾ ਨਾ ਹੋ ਸਕੇ, ਠੀਕ ਹੈ। ਸੋ ਹਵਾਦਾਰ ਬਣਾਉਣ ਅਤੇ ਭਾਰੀ ਬਾਰਿਸ਼ ਤੋਂ ਬਚਣ ਵਾਸਤੇ ਆਪਣੇ ਕੋਲ ਕੀ ਹੈ ਜੀ, ਇਹ ਨਾਲੂਕੇਟੂ ਡਿਜ਼ਾਈਨ ਕੀਤਾ ਜਾਂਦਾ ਹੈ ਕੇਰਲਾ ਦੇ ਵਿੱਚ, ਠੀਕ ਹੈ। ਸੋ ਹਾਊਸਿਸ ਵਾਲੇ ਟੌਪਿਕ ਦੇ ਵਿੱਚੋਂ ਆਪਣੇ ਕੋਲ ਕੁਐਸਚਨ ਬਣਿਆ ਹੋਇਆ। ਚਲੋ ਅੱਗੇ ਚੱਲਦੇ ਹਾਂ ਆਪਾਂ 126 ਨੰਬਰ ਕੁਐਸਚਨ ਤੇ। आ जाओ भाई। The most effective way to teach water conservation to primary learner is, पहले एक मिनट दस दो, दिख रहा है ना प्रॉपर, थोड़ा जा मैं बड़ा कर देना, ठीक है ओके। So the most effective way to teach water conservation to primary learner, है ना, ਜਿਹੜੇ ਪ੍ਰਾਇਮਰੀ ਕਲਾਸ ਦੇ ਬੱਚੇ ਹੈਗੇ ਆ, ਨਵਾਂ ਸਿੱਖਣਾ ਸਟਾਰਟ ਕੀਤੇ ਹੈ, ਉਹਨਾਂ ਨੂੰ ਆਪਾਂ ਸਭ ਤੋਂ ਵਧੀਆ ਤਰੀਕਾ ਕਿਹੜਾ ਦੱਸਾਂਗੇ ਪਾਣੀ ਨੂੰ ਬਚਾਉਣ ਦਾ। ਮੁੱਢਲੀ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਸੰਬੰਧੀ ਪੜਾਉਣ ਵਾਸਤੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਕਿਹੜਾ ਹੈ? ਮੌਖਿਕ ਨਿਰਦੇਸ਼ਾਂ ਦੁਆਰਾ ਸੰਭਾਲ ਦੇ ਸੰਕਲਪਾਂ ਦੀ ਵਿਆਖਿਆ ਕਰਨਾ, that is explain conservation concept through verbal instructions, ਨਹੀਂ ਵਰਬਲੀ ਤੁਸੀਂ ਕਿਸੇ ਚੀਜ਼ ਨੂੰ ਕਹਿ ਕੇ ਕਿਸੇ ਬੱਚੇ ਨੂੰ ਇਹ ਥੋੜੀ ਨਾ ਸਿਖਾ ਸਕਦੇ ਹੋ ਵੀ ਤੁਸੀਂ ਪਾਣੀ ਨੂੰ ਕਿਵੇਂ ਸੰਭਾਲ ਕਰ ਸਕਦੇ ਹੋ, ਨਹੀਂ ਕਰ ਸਕਦੇ ਨਾ, ਤਾਂ ਆਪਸ਼ਨ ਨੰਬਰ ਇਹ ਗਲਤ ਹੈ। ਸ਼ੋ ਆਡੀਓ ਵਿਜ਼ੂਅਲ ਮਟੀਰੀਅਲਸ ਔਨ এনवायरमेंटल ਇਸ਼ੂਜ਼, ਜਿੰਨੇ ਮਰਜ਼ੀ ਦਿਖਾਈ ਜੋ, ਜਦ ਤੱਕ ਬੱਚਾ ਖੁਦ ਉਸ ਪ੍ਰੋਸੈਸ ਦੇ ਵਿੱਚ ਇੰਗੇਜ ਨਹੀਂ ਹੋਏਗਾ, ਖੁਦ ਨਹੀਂ ਸਿੱਖੇਗਾ, ਉਦੋਂ ਤੱਕ ਆਪਾਂ ਕੁਝ ਨਹੀਂ ਉਹਨੂੰ ਸਿਖਾ ਸਕਦੇ, ਹੈ ਨਾ, ਤਾਂ ਵੀ ਆਪਸ਼ਨ ਗਲਤ ਹੋ ਗਿਆ। ਐਨਗੇਜ ਲਰਨਰ ਇਨ ਐਕਸ਼ਨ ਪ੍ਰੋਜੈਕਟ, ਤਾਂ ਬਿਲਕੁਲ ਸਹੀ ਹੈ ਆਪਸ਼ਨ ਨੰਬਰ ਸੀ, ਵਿਦਿਆਰਥੀਆਂ ਨੂੰ ਕਾਰਜ ਯੋਜਨਾ ਲਈ ਵਚਨਬੱਧ ਕਰਨਾ ਤਾਂ ਕਿ ਉਹ ਖੁਦ ਚੀਜ਼ਾਂ ਨੂੰ ਕ੍ਰੀਏਟ ਕਰ ਸਕਣ, ਖੁਦ ਕੰਜ਼ਰਵੇਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਣ ਤੇ ਆਪਣੇ ਪਾਣੀ ਦੀ ਸੰਭਾਲ ਸੰਬੰਧੀ ਕੁਝ ਸਿੱਖ ਸਕਣ, ਠੀਕ ਹੈ। ਤਾਂ ਆਪਸ਼ਨ ਨੰਬਰ ਆਪਣੇ ਕੋਲ ਕੀ ਆਏਗਾ, ਸੀ ਆਪਸ਼ਨ ਸਹੀ ਹੋਏਗਾ। ਹਾਂ, ਪਾਣੀ ਸੰਬੰਧੀ ਵਿਸ਼ਿਆਂ ਉੱਪਰ ਲਿਖਤੀ ਕੰਮ ਦੇਣਾ, ਤੁਸੀਂ ਲਿਖਤੀ ਕੰਮ ਦੇ ਕੇ ਕਿਵੇਂ ਕੰਜ਼ਰਵੇਸ਼ਨ ਦੇ ਮੈਥਡ ਸਿਖਾ ਸਕਦੇ ਹੋ, ਨਹੀਂ ਸਿਖਾ ਸਕਦੇ ਨਾ, ਤਾਂ ਆਪਸ਼ਨ ਨੰਬਰ ਕੀ ਆਏਗਾ ਆਪਣੇ ਕੋਲ, ਸੀ। देखो जनरल अंडरस्टैंडिंग पे अपने को बेस्ड है अपना पेपर है। चलो अगला क्वेश्चन है, इंटरडिसिप्लिनरी इंटीग्रेशन इन ईवीएस इज बेस्ट अचीव्ड व्हेन टीचर, सो वातावरण विज्ञान दे विच अंतर अनुशासनी एकीकरण उदों सब तो वधिया तरीके नाल हासिल हुंदा है जदों अध्यापक वातावरण विज्ञान समग्री नूं बाकी विषयां तो वखरे तौर ते पढ़ाउंदा है। ਇਹ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਨਾ, ਇੰਟੀਗ੍ਰੇਟਿਡ ਅਪਰੋਚ ਹੈ ਤਾਂ ਇੰਟੀਗ੍ਰੇਟਿਡ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਇਕੱਠੇ ਲੈ ਕੇ ਚੱਲਾਂਗੇ, ਸੋ ਅਲੱਗ-ਅਲੱਗ ਤਾਂ ਆਪਾਂ ਪੜ੍ਹਾ ਹੀ ਨਹੀਂ ਸਕਦੇ, ਹੈ ਨਾ, ਤਾਂ ਇਹ ਆਪਸ਼ਨ ਗਲਤ ਹੋ ਗਿਆ। ਹੋਲਿਸਟਿਕ ਅਪਰੋਚ ਆਪਾਂ ਪੜ੍ਹਿਆ ਹੋਇਆ, ਸੋ ਉਹਦੇ ਬਿਹਾਫ ਤੇ ਕੁਐਸਚਨ ਹੈ। ਯੂਜ਼ ਈਵੀਐਸ ਲੈਸਨਸ ਪ੍ਰਾਇਮਰੀਲੀ ਫॉर ਅਸੈਸਮੈਂਟ ਪਰਪਸ, ਲਓ ਜੀ, ਵਾਤਾਵਰਣ ਵਿਗਿਆਨ ਦੇ ਪਾਠਾਂ ਨੂੰ ਮੁੱਖ ਤੌਰ ਤੇ ਮੁਲਾਂਕਣ ਦੇ ਉਦੇਸ਼ ਨਾਲ ਵਰਤਦਾ ਹੈ, ਤਾਂ ਇਦਾਂ ਨਹੀਂ ਹੁੰਦਾ ਨਾ, ਨਹੀਂ ਹੁੰਦਾ ਨਾ ਇਦਾਂ। फोकस प्राइमरीली ऑन फैक्चुअल कंटेंट ट्रांसमिशन, मुख्य रूप में तथ्यात्मक विषय वस्तु के संचार पे केंद्रित होता है, नहीं जी। कनेक्ट ईवीएस विद लैंग्वेज, मैथमेटिक्स, आर्ट्स एंड सोशल लर्निंग, तो देखो सारिਆਂ ਨੂੰ इकट्ठा कनेक्ट करना है इंटीग्रेटेड मैनर ਦੇ ਨਾਲ, होलिस्टिक अप्रोच है, सो इस करके ऑप्शन की बनेगा जी, ऑप्शन नंबर डी, ठीक है। चलो
आ जाओ। तो अगला क्वेश्चन है जी 128th क्वेश्चन। चलो, ਫੀਲਡ ਵਿਜ਼ਿਟ ਇਨ ਈਵੀਐਸ ਪ੍ਰਾਇਮਰੀਲੀ ਸਰਵ ਟੂ ਵਾਤਾਵਰਣ ਵਿਗਿਆਨ ਵਿੱਚ ਖੇਤਰੀ ਵਿਦਿਅਕ ਦੌਰੇ ਹੇਠ ਲਿਖਿਆਂ ਵਿੱਚੋਂ ਕੀ ਕਰਦੇ ਹਨ? ਪ੍ਰੋਵਾਈਡ ਰੀਕ੍ਰੀਏਸ਼ਨਲ ਬ੍ਰੇਕਸ ਫਰੋਮ ਕਲਾਸਰੂਮ ਲਰਨਿੰਗ, ਨਹੀਂ ਕਲਾਸਰੂਮ ਸਿੱਖਿਆ ਵਿੱਚੋਂ ਮਨੋਰੰਜਕ ਅੰਤਰਾਲ ਮੁਹੱਈਆ ਕਰਦੇ, ਇਦਾਂ ਨਹੀਂ ਹੈ। ਫੀਲਡ ਵਿਜ਼ਿਟ ਵੀ ਅਸੀਂ ਕਲਾਸ ਦੇ ਵਿੱਚੋਂ ਬੱਚੇ ਨੂੰ ਚਲੋ ਮਨੋਰੰਜਨ ਪ੍ਰੋਵਾਈਡ ਕਰਦੀ ਅਸੀਂ ਲੈ ਜਾਈਏ ਉਹਨੂੰ ਫੀਲਡ ਤੇ, ਨਹੀਂ। रिप्लेस टेक्स्ट बुक बेस्ड टीचिंग अप्रोचेस, बिल्कुल गलत। रिड्यूस इंस्ट्रक्शनल टाइम स्पेंट इन क्लासरूम, नहीं। इनेबल रियल वर्ल्ड ऑब्जर्वेशन एंड एक्सपेरिमेंटल लर्निंग, तो बिल्कुल ठीक है जी। चीज़ों ਨੂੰ ਅਸਲੀ ਦੁਨੀਆ ਦੇ ਨਾਲ ਰਿਲੇਟ ਕਰਨਾ ਤੇ ਅਨੁਭਵ ਦੇ ਨਾਲ ਬੱਚੇ ਦੁਆਰਾ ਸਿੱਖਿਆ ਜਾਂਦਾ ਹੈ। ਸੋ ਆਨਸਰ ਕੀ ਆ ਜਾਏਗਾ? ਅਸਲੀ ਦੁਨੀਆ ਦੇ ਨਿਰੀਖਣ ਅਤੇ ਅਨੁਭਵੀ ਸਿੱਖਿਆ ਦੇ ਯੋਗ ਬਣਾਉਂਦੇ ਹਨ। ਠੀਕ ਹੈ, ਚਲੋ ਅੱਗੇ ਹੈ ਜੀ 129th। Which activity best teaches student the connection between natural resources and human work? ਹੇਠ ਲਿਖਿਆਂ ਵਿੱਚੋਂ ਕਿਹੜੀ ਗਤੀਵਿਧੀ ਵਿਦਿਆਰਥੀ ਨੂੰ ਕੁਦਰਤੀ ਸਰੋਤਾਂ ਅਤੇ ਮਨੁੱਖੀ ਕੰਮ ਵਿਚਾਲੇ ਰਿਸ਼ਤਿਆਂ ਨੂੰ ਵਧੀਆ ਤਰੀਕੇ ਨਾਲ ਪੜਾਉਂਦੀ ਹੈ? ਰਿਲੇਟ ਕਰਨਾ ਹੈ ਨਾ। ਤਾਂ ਕਿਹੜੀ ਆਪਣੇ ਕੋਲ ਐਕਟੀਵਿਟੀ ਹੈ ਜੋ ਸਭ ਤੋਂ ਵੱਧ ਰਿਲੇਟ ਕਰਦੀ ਹੈ? रीडिंग डेफिनेशन, तो बिल्कुल गलत है। डेफिनेशन पढ़ लो तो रिलेट कर दो, बिल्कुल गलत हो गया। एक्टिविटी बेस्ड करना है ना आपा। एक्टिविटी बेस्ड केड़ी है अपने को? मेकिंग सिंपल ऑब्जेक्ट फ्रॉम क्ले, वुड और मेटल वाइल डिस्कसिंग ओरिजिन एंड यूज, तो बिल्कुल सही है ना। चीकनी मिट्टी, लकड़ी ਜਾਂ ਧਾਤੂ ਤੋਂ ਸਧਾਰਨ ਵਸਤੂਆਂ ਬਣਾਉਂਦੇ ਹੋਏ ਇਹਨਾਂ ਦੀ ਉਤਪत्ति ਅਤੇ ਵਰਤੋਂ ਬਾਰੇ ਚਰਚਾ ਕਰਨਾ। ਕਿ ਆਪਾਂ ਬਣਾ ਰਹੇ ਹਾਂ, ਕਲੇ ਬਣਾ ਰਹੇ ਹਾਂ, ਵੁੱਡ ਨੂੰ ਯੂਜ਼ ਕਰ ਰਹੇ ਹਾਂ, ਹਨਾ। ਇਹ ਚੀਜ਼ਾਂ ਐਕਚੁਅਲ ਦੇ ਵਿੱਚ ਇਹਨਾਂ ਦੀ ਉਤਪत्ति ਕਿਵੇਂ ਹੋਈ, ਤਾਂ ਉਸ ਤਰੀਕੇ ਨਾਲ ਆਪਾਂ ਕੀ ਹਾਂ ਆਪਾਂ ਆਪਣੇ ਕੰਮ ਨੂੰ ਕਿਹਦੇ ਨਾਲ ਰਿਲੇਟ ਕਰ ਸਕਦੇ ਹਾਂ? ਨੈਚੁਰਲ ਰਿਸੋਰਸਸ ਦੇ ਨਾਲ। ਠੀਕ ਹੈ, ਆ ਦੇਖੋ ਲਾਸਟ ਤੇ ਲਿਖਿਆ ਹੋਇਆ ਵਾਚਿੰਗ ਵੀਡੀਓਜ਼, ਨਾ ਵੀਡੀਓ ਦੇਖ ਕੇ ਆਪਾਂ ਕਿਵੇਂ ਰਿਲੇਟ ਕਰ ਦਾਂਗੇ? ਗੋਇੰਗ ਟੂ ਮੈਸਨ ਜਾਂ ਮੈਸਨ ਟੂ ਲਰਨ ਦ ਸਕਿੱਲ, ਮਿਸਤਰੀ ਕੋਲ ਜਾਓ ਤੇ ਉਹਦੇ ਤੋਂ ਸਿੱਖੋ, ਬਿਲकुल गलत है अपने को। तो ऑप्शन की हो जाएगा ऑप्शन नंबर दैट इज बी। चलो सो देखो सैट मेरे को हैगा बी सैट, ठीक है। सो बी सैट के अकॉर्डिंग मैं आंसर की बना रहा हाँ। लो देखो कितना सिंपल क्वेश्चन है हुन। In continuous and comprehensive evaluation that is CCE formative ਤੇ ਸमेटिव assessment ਦਾ ਉਹਨਾਂ ਨੇ परसेंटेज ਪੁੱਛਿਆ ਹੋਇਆ ਕਿੰਨੇ परसेंट formative ਹੁੰਦੀ ਹੈ ਕਿੰਨੇ परसेंट ਆਪਣੇ ਕੋਲ समेटिव ਹੁੰਦੀ ਹੈ। ਤਾਂ ਬਿਲਕੁਲ ਆਪਣੇ ਕੋਲ ਆਨਸਰ ਕੀ ਆਏਗਾ 40 ਤੇ 60% ਹੈ ਨਾ। ਕੋਈ ਲੰਬੀ ਚੌੜੀ ਗੱਲਬਾਤ ਹੈ ਹੀ ਨਹੀਂ ਇਹਦੇ ਵਿੱਚ ਡਿਸਕਸ਼ਨ ਕਰਨ ਦੀ। तो 40% ਪਾਰਟ ਆਪਣੇ ਕੋਲ formative ਦਾ ਹੈ, 60% ਪਾਰਟ ਦਾ ਹੈ समेटिव ਦਾ ਹੈ। मोहन uses stories and poems to teach EVS at primary level। मोहन की करता है भाई साहब? मोहन भाई साहब की करते हैं स्टोरी ते पोएम नु यूज करते हैं EVS ਨੂੰ ਪੜਾਉਣ ਵਾਸਤੇ, ਹੈ ਨਾ, ਪ੍ਰਾਇਮਰੀ ਲੈਵਲ ਤੇ। the main purpose of using them in EVS is to, ਤਾਂ EVS ਦੇ ਵਿੱਚ ਉਹਨੂੰ ਯੂਜ਼ ਕਰਨ ਦਾ ਮੇਨ ਪਰਪਸ ਕੀ ਹੈ? ਚਾਹੇ ਸਟੋਰੀਜ਼ ਨੇ ਚਾਹੇ ਪੋਇਮਸ ਨੇ, ਹੈ ਨਾ। ਕੋਈ ਕਹਾਣੀ ਸੁਣਾ ਰਿਹਾ ਹੈ, ਕੋਈ ਕਵਿਤਾ ਸੁਣਾ ਰਿਹਾ ਹੈ, ਉਹਦਾ ਮੁੱਖ ਉਦੇਸ਼ ਦੱਸਣਾ ਹੈ ਕੀ ਹੈ। ਠੀਕ ਹੈ। ਮੇਕ ਲੈਸਨਸ ਐਂਜੋਏਬਲ, ਪਾਠਾਂ ਨੂੰ ਆਨੰਦਮਈ ਬਣਾਉਣਾ, ਕਿ ਐਂਟਰਟੇਨ ਕਰਨਾ ਬੱਚਿਆਂ ਨੂੰ ਵੀ ਹਾਂ ਵੀ ਅਸੀਂ ਪਾਠ ਆਨੰਦਮਈ ਤਰੀਕੇ ਦੇ ਨਾਲ ਪੜ੍ਹ ਸਕੀਏ। ਕੈਟਰ ਟੂ ਡਾਇਵਰਸਿਟੀ ਇਨ ਕਲਾਸਰੂਮ, ਵਿਭਿੰਨਤਾ ਲਿਆਉਣਾ ਕਲਾਸਰੂਮ ਦੇ ਵਿੱਚ, ਬਿਲਕੁਲ ਨਹੀਂ ਹੈ। प्रोवाइडिंग कंटेक्सचुअल लर्निंग इन्वायरमेंट, तो बिल्कुल ठीक है जी। अपने को प्रसंगिक सिक्ख्या वातावरण प्रदान करना, है ना। ਤਾਂ ਬੱਚਿਆਂ ਨੂੰ ਰੀਅਲ ਵਰਲਡ ਦੇ ਨਾਲ ਜੋੜਨਾ, ਉਹਦੇ ਕੰਟੈਕਸਚੁਅਲ ਸਿਸਟਮ ਦੇ ਨਾਲ ਜੋੜਨਾ, ਪ੍ਰਸੰਗਿਕ ਸਿੱਖਿਆ ਵਾਤਾਵਰਣ ਪ੍ਰਦਾਨ ਕਰਨਾ, ਤਾਂ ਆਪਣੇ ਕੋਲ ਬਿਲਕੁਲ ਆਏਗਾ ਸਹੀ ਆਨਸਰ दैट इज ऑप्शन नंबर सी। ठीक है, चलो लो अगला क्वेश्चन है 132nd क्वेश्चन। To describe various types and parts of a plant, a section was taught by using multimedia, while the other section was taught through diagram drawn on the blackboard। ठीक है, ਪੌਦੇ ਦੀਆਂ ਵਿਭਿੰਨ ਕਿਸਮਾਂ ਅਤੇ ਹਿੱਸਿਆਂ ਦਾ ਵਰਣਨ ਕਰਨ ਲਈ ਇੱਕ ਸੈਕਸ਼ਨ ਨੂੰ ਮਲਟੀਮੀਡੀਆ ਦੀ ਵਰਤੋਂ ਕਰਕੇ ਪੜਾਇਆ ਗਿਆ। ਇੱਕ ਸੈਕਸ਼ਨ ਸੀਗਾ ਜਿਹਨੂੰ ਮਲਟੀਮੀਡੀਆ ਆਪਾਂ ਯੂਜ਼ ਕੀਤਾ, ਦੂਜੇ ਸੈਕਸ਼ਨ ਨੂੰ ਪੜਾਉਣ ਵਾਸਤੇ ਆਪਾਂ ਬਲੈਕਬੋਰਡ ਦੇ ਉੱਪਰ ਚਿੱਤਰ ਬਣਾ ਕੇ ਉਹਨੂੰ ਪੜਾਉਣ ਦੀ ਕੋਸ਼ਿਸ਼ ਕੀਤੀ। ਚਿਲਡਰਨ ਆਫ ਫਸਟ ਸੈਕਸ਼ਨ ਅੰਡਰਸਟੂਡ ਦ ਕਨਸੈਪਟ ਬੈਟਰ। ਹੁਣ ਜਿਨ੍ਹਾਂ ਨੂੰ ਆਪਾਂ ਮਲਟੀਮੀਡੀਆ ਦਿਖਾਇਆ ਸੀਗਾ, ਹੈ ਨਾ, ਫੋਟੋਜ਼ ਵਗੈਰਾ ਦਿਖਾਤੀਆਂ, ਉਹਨਾਂ ਦੇ ਬਾਰੇ ਐਕਸਪਲੇਨੇਸ਼ਨ ਦਿੱਤੀ, ਐਨੀਮੇਸ਼ਨ ਦਿਖਾਤੀ,
ਉਹਨਾਂ ਨੂੰ ਤਾਂ ਆਪਣੇ ਕੋਲ ਚੀਜ਼ਾਂ ਜ਼ਿਆਦਾ ਸਮਝ ਆ ਗਈਆਂ, ਲੇਕਿਨ ਦੂਜਿਆਂ ਨੂੰ ਜ਼ਿਆਦਾ ਸਮਝ ਨਹੀਂ ਆਇਆ। ਤਾਂ ਪਹਿਲਿਆਂ ਨੂੰ ਸਮਝ ਕਿਉਂ ਆਇਆ ਹੋਵੇਗਾ ਜ਼ਿਆਦਾ? ਦਿਸ ਕੁਡ ਬੀ ਡਿਊ ਟੂ, ਇਸ ਦਾ ਕਾਰਨ ਕੀ ਹੋ ਸਕਦਾ ਹੈ? ਦੇ ਵਰ ਬ੍ਰਾਈਟ ਸਟੂਡੈਂਟਸ, ਹੁਸ਼ਿਆਰ ਨੇ ਉਹ, ਤਾਂ ਕਰਕੇ ਉਹਨਾਂ ਨੂੰ ਸਮਝ ਆ ਗਿਆ। ਬਿਲਕੁਲ ਗਲਤ ਹੈ। ਬਲੈਕ ਬੋਰਡ ਇਜ਼ ਨਾਟ ਅ ਗੁੱਡ ਵਿਜ਼ੂਅਲ ਏਡ, ਤੁਸੀਂ ਕਹੋਗੇ ਵੀ ਬਲੈਕ ਬੋਰਡ ਤੇ ਤੁਸੀਂ ਚੀਜ਼ਾਂ ਨੂੰ ਦਿਖਾ ਨਹੀਂ ਸਕਦੇ, ਦਰਸਾ ਨਹੀਂ ਸਕਦੇ, ਬਿਲਕੁਲ ਗਲਤ ਹੈ ਨਾ। ਮਲਟੀਮੀਡੀਆ ਵਿਜ਼ੂਅਲ ਏਡ ਐਂਗੇਜ ਆਲ ਦਾ ਸੈਂਸਸ ਫॉर ਬੈਟਰ ਰਿਟੈਂਸ਼ਨ, ਜਿੰਨੀਆਂ ਵੀ ਤੁਹਾਡੀਆਂ ਸੈਂਸੇਸ਼ਨਸ ਹੈਗੀਆਂ ਹੈ, ਸੈਂਸਸ ਹੈਗੀਆਂ ਹੈ, ਉਹ ਚੀਜ਼ਾਂ ਨੂੰ ਦੇਖਦੀਆਂ ਹੈ ਨਾ ਜਦੋਂ, ਉਦੋਂ ਉਸ ਤਰੀਕੇ ਨੂੰ ਉਹਨੂੰ ਜ਼ਿਆਦਾ ਕੀ ਹੈ, ਬੈਟਰ ਪਰਸੀਵ ਕਰ ਸਕਦੀਆਂ ਹੈ। ਸੋ ਮਲਟੀਮੀਡੀਆ ਮਲਟੀ ਆਡੀਓ ਵਿਜ਼ੂਅਲ ਸਮੱਗਰੀ ਯਾਦ ਰੱਖਣ ਹਿੱਤ ਸਾਰੀਆਂ ਇੰਦਰੀਆਂ ਦੀ ਸ਼ਮੂਲੀਅਤ ਕਰਦੀ ਹੈ। ਤਾਂ ਜਦੋਂ ਸਾਰੀਆਂ ਇੰਦਰੀਆਂ ਸ਼ਮੂਲੀਅਤ ਹੋਣਗੀਆਂ ਇਹਨਾਂ ਦੇ ਵਿੱਚ, ਅਲਟੀਮੇਟਲੀ ਆਪਣੇ ਕੋਲ ਫਿਰ ਕੀ ਹੈ, ਬੱਚੇ ਦੀ ਰਿਟੈਂਸ਼ਨ ਪਾਵਰ ਕੀ ਹੋ ਜਾਂਦੀ ਹੈ, ਜ਼ਿਆਦਾ। ਠੀਕ ਹੈ। ਚੌਥਾ ਲਿਖਿਆ ਦੇਖੋ, ਯੂਜ਼ ਆਫ ਮਲਟੀਮੀਡੀਆ ਇਜ਼ ਕੰਪੈਰੀਟਿਵਲੀ ਲੈਸ ਕੋਸਟਲੀ। ਉਹ ਭਾਈ ਸਾਹਿਬ ਜਿਹੜੇ ਆਪਾਂ ਮਲਟੀਮੀਡੀਆ ਦੀ ਗੱਲ ਕਰਾਂਗੇ, ਪੈਨਲ ਦਾ ਯੂਜ਼ ਕਰਾਂਗੇ, ਪੈਨਲ ਦੀ ਕੋਸਟ ਬਹੁਤ ਹੈ, ਇੰਟਰਨੈਟ ਦੀ ਕੋਸਟ ਬਹੁਤ ਹੈ ਨਾ, ਤਾਂ ਕੋਸਟਲੀ ਘੱਟ ਨਹੀਂ ਹੈਗੇ, ਕੋਸਟਲੀ ਬਹੁਤ ਨੇ। ਸੋ ਸਹੀ ਆਪਸ਼ਨ ਆਪਣੇ ਕੋਲ ਮੋਸਟ ਐਕਸਪੈਕਟਡ ਕੀ ਬਣਦਾ ਹੈ, ਦੈਟ ਇਜ਼ ਆਪਸ਼ਨ ਨੰਬਰ ਸੀ। ਚਲੋ ਜੀ, ਤੁਹਾਨੂੰ ਫਟਾਫਟ ਨਾ ਆਪਾਂ ਆਨਸਰ ਡਿਸਕਸ ਕਰਦੇ ਹਾਂ। Which problem is commonly faced while teaching EVS in primary classes? ਮੁੱਢਲੀਆਂ ਜਮਾਤਾਂ ਵਿੱਚ ਵਾਤਾਵਰਣ ਵਿਗਿਆਨ ਪੜਾਉਂਦੇ ਸਮੇਂ ਆਮ ਤੌਰ ਤੇ ਕਿਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ? ਤਾਂ ਆਪਾਂ ਕਵਾਂਗੇ ਲੈਕ ਆਫ ਇੰਟੀਗ੍ਰੇਸ਼ਨ ਵਿਦ ਡੇਲੀ ਲਾਈਫ। ਤੇ ਡੇਲੀ ਲਾਈਫ ਦੇ ਨਾਲ ਆਪਾਂ ਚੀਜ਼ਾਂ ਨੂੰ ਰਿਲੇਟ ਨਹੀਂ ਕਰ ਪਾਉਂਦੇ, ਜਿਹਦੇ ਕਰਕੇ ਕੀ ਇਹ ਦਿੱਕਤ ਆਉਂਦੀ ਹੈ। ਠੀਕ ਹੈ, ਚਲੋ। ਆਨਸਰ ਦਾ ਫਾਲੋਇੰਗ ਆਫਟਰ ਰੀਡਿੰਗ ਦਾ ਸਟੇਟਮੈਂਟ ਕੇਅਰਫੁਲੀ। ਹੇਠ ਲਿਖੇ ਕਥਨਾਂ ਨੂੰ ਸਾਵਧਾਨੀ ਨਾਲ ਪੜ੍ਹ ਕੇ ਉੱਤਰ ਦਿਓ। ਆਊਟਡੋਰ ਗੇਮਸ ਮੇਕਸ ਯੂ ਫਿਜ਼ੀਕਲੀ ਹੈਲਥੀ, ਬਿਲਕੁਲ ਬਾਹਰੀ ਖੇਡਾਂ ਤੁਹਾਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦੀਆਂ ਹੈ, ਤੇ ਬਿਲਕੁਲ ਠੀਕ ਹੈ ਜੀ, ਸਵਸਥ ਬਣਾਉਂਦੀਆਂ ਹੈ। ਪਲੇਇੰਗ ਪਲੇਜ਼ ਅ ਵੈਰੀ ਕ੍ਰੂਸ਼ੀਅਲ ਰੋਲ ਇਨ ਦਾ ਗਰੋਥ ਐਂਡ ਡਿਵੈਲਪਮੈਂਟ, ਬਿਲਕੁਲ ਠੀਕ ਹੈ, ਖੇਡਾਂ ਵਾਧੇ ਅਤੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਤਾਂ ਦੋਨੋਂ ਹੀ ਸਹੀ ਨੇ ਆਪਣੇ ਕੋਲ, ਤਾਂ ਆਪਸ਼ਨ ਕੀ ਆ ਜਾਏਗਾ, ਆਪਸ਼ਨ ਨੰਬਰ ਏ। ਬੋਥ 1 ਐਂਡ 2 ਆਰ ਕਰੈਕਟ। ਅਗਲਾ ਕੁਐਸਚਨ ਹੈ ਜੀ, ਫਿਸ਼ ਗਿਲਸ ਫਰੋਗ ਡੈਸ਼। ਤਾਂ ਦੇਖੋ, ਅਗਰ ਆਪਾਂ ਗੱਲ ਕਰੀਏ ਜਿਹੜੀਆਂ ਮੱਛਲੀਆਂ ਹੁੰਦੀਆਂ ਹਨਾ, ਆਪਾਂ ਲੈਕਚਰ ਦੇ ਵਿੱਚ ਆਪਾਂ ਜਦੋਂ ਪੜਿਆ ਸੀਗਾ ਆਪਣਾ ਰੈਸਪੀਰੇਸ਼ਨ ਦਾ ਪ੍ਰੋਸੈਸ, ਤਾਂ ਉਹਦੇ ਵਿੱਚ ਆਪਾਂ ਦੇਖਿਆ ਸੀ, ਜਾਂ ਜਦੋਂ ਆਪਾਂ ਐਨੀਮਲਸ ਬਾਰੇ ਪੜਿਆ ਸੀ, ਉਹਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਜਿਹੜੀਆਂ ਆਪਣੇ ਕੋਲ ਫਿਸ਼ਿਸ ਨੇ, ਉਹਨਾਂ ਦੇ ਕੋਲ ਗਲਫੜੇ ਹੁੰਦੇ ਆ, ਜਿਨ੍ਹਾਂ ਦੇ ਰਾਹੀਂ ਉਹ ਡਿਜ਼ੋਲਵਡ ਆਕਸੀਜਨ ਨੂੰ ਇਨਹੇਲ ਕਰਦੇ ਆ, ਹੈਨਾ। ਸੋ ਰੈਸਪੀਰੇਸ਼ਨ ਵਾਸਤੇ, ਸਾਹ ਪ੍ਰਕਿਰਿਆ ਵਾਸਤੇ ਮੱਛਲੀਆਂ ਦੇ ਕੋਲ ਗਿਲਸ ਹੁੰਦੇ ਹੈ, ਤੇ ਫਰੋਗ ਦੇ ਕੋਲ ਫਿਰ ਕੀ ਹੁੰਦਾ ਹੈ? ਤਾਂ ਦੇਖੋ, ਇਹ ਐਲੀਮੀਨੇਸ਼ਨ ਮੈਥਡ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਕਿ ਅੱਖਾਂ ਦੇ ਨਾਲ ਕਦੇ ਸਾਹ ਲਿਆ ਜਾਂਦਾ ਹੈ? ਨਹੀਂ। ਲੈਗਸ ਦੇ ਨਾਲ ਲਿਆ ਜਾਂਦਾ ਹੈ? ਨਹੀਂ। ਈਅਰਸ ਦੇ ਨਾਲ ਲਿਆ ਜਾਂਦਾ ਹੈ? ਨਹੀਂ, ਹੈਨਾ। ਤਾਂ ਦੇਖੋ, ਕਾਮਨ ਸੈਂਸ ਦਾ ਕੁਐਸਚਨ ਹੈ। ਜਿਹੜੀ ਸਕਿਨ ਹੈ ਆਪਣੇ ਕੋਲ ਫਰੋਗ ਦੇ ਵਿੱਚ ਕੀ ਹੈ, ਫਰੋਗ ਦੀ ਸਕਿਨ, ਜਿਹਨੂੰ ਆਪਾਂ ਕਿਊਟੇਨੀਅਸ ਰੈਸਪੀਰੇਸ਼ਨ ਬੋਲ ਦਿੰਦੇ ਹਾਂ, ਸਕਿਨ ਦੇ ਰਾਹੀਂ ਕੀ ਹੈ ਜੀ, ਫਰੋਗ ਸਾਹ ਲੈਂਦਾ ਹੈ। ਠੀਕ ਹੈ, ਚਲੋ। ਤਾਂ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ, ਜਿਹਨੂੰ ਨਹੀਂ ਵੀ ਆਉਂਦਾ ਸੀ ਨਾ, ਉਹ ਕਾਮਨ ਸੈਂਸ ਲਗਾ ਕੇ ਇਹਦਾ ਆਨਸਰ ਕੱਢ ਸਕਦਾ ਸੀ। ਚਲੋ, ਅੱਗੇ ਆ ਗਿਆ ਜੀ 136 ਨੰਬਰ ਕੁਐਸਚਨ। ਕੁਦਰਤ ਆਪਣੇ ਸਰੋਤਾਂ ਦੇ ਪੁਨਰ ਚੱਕਰ ਅਤੇ ਦੁਬਾਰਾ ਵਰਤੋਂ ਕਰਦੀ ਹੈ। ਪਾਣੀ ਇਸ ਤਰ੍ਹਾਂ ਦਾ ਇੱਕ ਸਰੋਤ ਹੈ ਜਿਸ ਨੂੰ ਮੁੜ ਵਰਤੋਂ ਯੋਗ ਬਣਾਇਆ ਜਾ ਸਕਦਾ ਹੈ। ਇਸ ਨੂੰ ਵਾਸ਼ਪੀਕਰਨ ਅਤੇ ਸੰਘਣੀਕਰਨ ਦੀ ਲਗਾਤਾਰ ਪ੍ਰਕਿਰਿਆ ਦੁਆਰਾ ਪੁਨਰ ਚੱਕਰਿਤ ਕੀਤਾ ਜਾਂਦਾ ਹੈ। ਓਕੇ, ਇਸ ਪ੍ਰਕਿਰਿਆ ਦੌਰਾਨ ਪਾਣੀ ਦੀ ਧਰਤੀ ਦੀ ਸਤ੍ਹਾ ਤੋਂ ਹਵਾ ਵਿੱਚ ਅਤੇ ਹਵਾ ਤੋਂ ਵਾਪਸ ਧਰਤੀ ਦੀ ਸਤ੍ਹਾ ਉੱਪਰ ਲਗਾਤਾਰ ਗਤੀਵਿਧੀ ਹੁੰਦੀ ਹੈ। ਇਸ ਪ੍ਰਕਿਰਿਆ ਨੂੰ ਕਿਹਾ, ਆ ਦੇਖੋ ਕੀ ਪੁੱਛਿਆ ਹੋਇਆ, ਪਾਣੀ ਬਾਰੇ ਪੁੱਛਿਆ ਹੋਇਆ ਵੀ ਪਾਣੀ ਧਰਤੀ ਤੇ ਹੁੰਦਾ ਹੈ, ਧਰਤੀ ਤੋਂ ਆਸਮਾਨ ਤੇ ਜਾਂਦਾ ਹੈ, ਸੰਘਣੀਕਰਨ ਹੁੰਦਾ ਹੈ, ਜਿਹਦੇ ਕਰਕੇ ਕੀ ਹੈ ਜੀ, ਫਿਰ ਉਹੀਓ ਪਾਣੀ ਜਦੋਂ ਬੱਦਲ ਬਣਦੇ ਹੈ ਧਰਤੀ ਤੇ ਵਾਪਸ ਆਉਂਦਾ ਹੈ। ਇਹ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਆਪਾਂ ਨੂੰ ਪਤਾ ਹੈ ਜੀ, ਵਾਟਰ ਸਾਈਕਲ ਕਿਹਾ ਜਾਂਦਾ। ਪਹਿਲਾਂ ਜਾਣਾ, ਜਾ ਕੇ ਵਾਪਸ ਆਉਣਾ, ਸੋ ਦੈਟ ਇਜ਼ ਜਲ ਚੱਕਰ, ਵਾਟਰ ਸਾਈਕਲ। ਓਕੇ, ਵਾਸ਼ਪੀ ਇਵੈਪੋਰੇਸ਼ਨ ਦਾ ਸਿੰਪਲ ਉਹ ਹੋ ਗਿਆ ਨਾ ਵੀ ਪਾਣੀ ਜਦੋਂ ਸੂਰਜ ਦੀ ਰੋਸ਼ਨੀ ਪਈ, ਪਾਣੀ ਦੇ ਉੱਪਰ ਪਾਣੀ ਕੀ ਹੈ, ਭਾਫ ਬਣ ਕੇ ਉੱਡ ਗਿਆ, ਦੈਟ ਇਜ਼ ਸਿੰਪਲ ਇਵੈਪੋਰੇਸ਼ਨ। ਉਹਨੇ ਵਾਪਸ ਵੀ ਆਉਣਾ ਹੈ, ਤਾਂ ਆਪਣੇ ਕੋਲ ਆਨਸਰ ਕੀ ਹੋ ਜਾਏਗਾ, ਦੈਟ ਇਜ਼ ਵਾਟਰ ਸਾਈਕਲ। ਅਗਲਾ ਕੁਐਸਚਨ ਹੈ ਜੀ ਆਪਣੇ ਕੋਲ, while teaching the topic friction to class 5 students, है ना, 5वीं क्लास ਦੇ ਬੱਚਿਆਂ ਨੂੰ ਤੁਸੀਂ ਫ੍ਰਿਕਸ਼ਨ ਦਾ ਟੌਪਿਕ ਪੜਾਉਣਾ ਹੈ, ਰਗੜ ਦਾ ਟੌਪਿਕ ਪੜਾਉਣਾ ਹੈ।
ਹੁਣ ਦੇਖੋ ਫ੍ਰਿਕਸ਼ਨ ਮਤਲਬ ਜਿਵੇਂ ਮੈਂ ਕੰਮ ਕਰ ਰਿਹਾ, ਮੈਂ ਲਿਖ ਰਿਹਾ ਇਸ ਪੈਨਸਿਲ ਦੇ ਨਾਲ, ਇਸ ਸਟਾਈਲਸ ਦੇ ਨਾਲ, ਫ੍ਰਿਕਸ਼ਨ ਕਰਕੇ ਲਿਖ ਰਿਹਾ। ਅਗਰ ਫ੍ਰਿਕਸ਼ਨ ਨਾ ਹੁੰਦਾ ਤਾਂ ਕਦੇ ਵੀ ਜਿਹੜਾ ਆ ਸਟਾਈਲਸ ਮੈਂ ਹੱਥ ਦੇ ਵਿੱਚ ਫੜਿਆ ਹੋਇਆ ਮੈਂ ਨਾ ਫੜ ਸਕਦਾ। ਤੁਸੀਂ ਚੱਲਣਾ ਹੈ, ਤੁਸੀਂ ਆਸਾਨੀ ਦੇ ਨਾਲ ਚੱਲਦੇ ਕਿਵੇਂ ਹੋ? ਫ੍ਰਿਕਸ਼ਨ ਕਰਕੇ ਚੱਲਦੇ ਹੋ, ਹੈਨਾ। ਤੁਹਾਡੀਆਂ ਕਾਰਾਂ ਸੜਕਾਂ ਤੇ ਦੌੜ ਰਹੀਆਂ, ਕਿਹਦੇ ਕਰਕੇ ਦੌੜ ਰਹੀਆਂ? ਆਪਣੇ ਕੋਲ ਫ੍ਰਿਕਸ਼ਨ ਕਰਕੇ, ਰਗੜ ਕਰਕੇ ਦੌੜ ਰਹੀਆਂ ਹੈ ਨਾ। A teacher gave several examples to explain the friction is also useful to us in many ways। ਬੱਚਿਆਂ ਨੂੰ ਬਹੁਤ ਐਗਜ਼ਾਮਪਲਸ ਦਿੱਤੀਆਂ ਵੀ ਫ੍ਰਿਕਸ਼ਨ ਆਪਣੇ ਲਈ ਬਹੁਤ ਜ਼ਰੂਰੀ ਹੈ। Which of the following example was quoted by her incorrectly? ਉਹਦੇ ਵਿੱਚੋਂ 4 ਐਗਜ਼ਾਮਪਲ ਦਿੱਤੀ ਉਹਨੇ, ਉਹਦੇ ਵਿੱਚੋਂ ਇੱਕ ਇਹੋ ਜਿਹੀ ਐਗਜ਼ਾਮਪਲ ਦਿੱਤੀ ਜੋ ਐਪਰੋਪ੍ਰੀਏਟ ਨਹੀਂ ਸੀਗੀ, ਜੋ ਸਹੀ ਨਹੀਂ ਸੀਗੀ, ਗਲਤ ਐਗਜ਼ਾਮਪਲ ਦਿੱਤੀ। We can write due to friction between the tip of the pen and the paper, ਤਾਂ ਬਿਲਕੁਲ ਠੀਕ ਹੈ ਜੀ। We can walk because of the friction, ਹੈ ਨਾ। ਆਪਾਂ ਸ਼ੂਜ਼ ਤੇ ਗਰਾਊਂਡ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਫ੍ਰਿਕਸ਼ਨ ਹੈ ਜਿਹਦੇ ਕਰਕੇ ਆਪਾਂ ਚੱਲ ਸਕਦੇ ਹਾਂ। We stop our moving car by applying brakes only because of friction। ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆਉਂਦੇ ਆ ਤਾਂ ਕਰਕੇ ਆਪਾਂ ਉਸ ਕਾਰ ਨੂੰ ਰੋਕ ਸਕਦੇ ਹਾਂ। ਇੱਕ ਐਗਜ਼ਾਮਪਲ ਦੇਤੀ ਉਹਨੇ, an object thrown vertically upward always comes back due to its friction। ਤੁਹਾਡੇ ਕੋਲ ਬਾਲ ਹੈਗੀ ਹੈ, ਤੁਸੀਂ ਬਾਲ ਨੂੰ ਉੱਪਰ ਸੱਟਿਆ ਤੇ ਉਹਨੇ ਕਿਹਾ ਵੀ ਬਾਲ ਵਾਪਸ ਆਏਗੀ, ਕਿਉਂ ਆਏਗੀ? ਫ੍ਰਿਕਸ਼ਨ ਕਰਕੇ? ਨਹੀਂ, ਤਾਂ ਉਹ ਗ੍ਰੈਵਿਟੀ ਕਰਕੇ ਆਉਂਦੀ ਹੈ। ਗ੍ਰੈਵਿਟੀ ਆਪਣੀ ਜਿਹੜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਆਪਾਂ ਕਹਿੰਦੇ ਆ ਹੁੰਦੀ ਹੈ, ਪਲੱਸ ਗ੍ਰੈਵਿਟੇਸ਼ਨਲ ਪੁੱਲ ਹੁੰਦਾ ਹੈ, ਗ੍ਰੈਵਿਟੇਸ਼ਨਲ ਫੋਰਸ ਹੁੰਦੀ ਹੈ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਤਾਂ ਚਲੋ 9.8 ਮੀਟਰ ਪਰ ਸੈਕਿੰਡ ਸਕੁਅਰ ਹੋ ਗਿਆ, ਉਹਦੀ ਵੈਲਿਊ ਹੋਗੀ। ਲੇਕਿਨ ਜਿਹੜੀ ਫੋਰਸ ਕਰਕੇ ਆਪਣੀ ਜਿਹੜੀ ਬੋਲ ਹੈ ਉਹ ਨੀਚੇ ਆਏਗੀ, ਉਹ ਫ੍ਰਿਕਸ਼ਨ ਕਰਕੇ ਨਹੀਂ ਆਏਗੀ, ਫ੍ਰਿਕਸ਼ਨਲ ਫੋਰਸ ਕਰਕੇ ਨਹੀਂ ਆਏਗੀ, ਗ੍ਰੈਵਿਟੇਸ਼ਨਲ ਫੋਰਸ ਕਰਕੇ ਆਏਗੀ, ਗ੍ਰੈਵਿਟੀ ਕਰਕੇ ਆਏਗੀ। ਠੀਕ ਹੈ, ਤਾਂ ਆਹ ਗਲਤ ਐਗਜ਼ਾਮਪਲ ਦਿੱਤੀ ਹੈ, ਤਾਂ ਆਪਸ਼ਨ ਨੰਬਰ ਏ ਆਪਣੇ ਕੋਲ ਰਾਈਟ ਆਂਸਰ ਆ ਗਿਆ। ਚਲੋ which one of the following is not correct about bicycle? है ना, साइकिल बारे हेठ लिखिया विचों केड़ा कथन गलत है? इट इज इको फ्रेंडली एंड नॉन पॉल्यूटिंग ट्रांसपोर्ट व्हीकल, बिल्कुल सही है। वातावरण अनुकूल और प्रदूषण रहित आवाजाही का साधन है, बिल्कुल ठीक है। गलत पूछा उन्होंने, ये सही है। ਇਹ ਚਲਾਉਣ ਵਾਲੇ ਲਈ ਤੰਦਰੁਸਤੀ ਅਤੇ ਕਸਰਤ ਦਾ ਵਧੀਆ ਸਾਧਨ ਹੈ, ਬਿਲਕੁਲ ਠੀਕ ਹੈ ਜੀ। ਇਸ ਨੂੰ ਚਲਾਉਣ ਲਈ ਕਿਸੇ ਲਾਇਸੈਂਸ ਦੀ ਜ਼ਰੂਰਤ ਨਹੀਂ, ਬਿਲਕੁਲ ਠੀਕ ਹੈ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਆਉਣ ਜਾਣ ਲਈ ਇਹ ਤੇਜ਼ ਗਤੀ ਦਾ ਆਵਾਜਾਈ ਦਾ ਸਾਧਨ ਹੈ, ਤਾਂ ਹਾਂ ਬਿਲਕੁਲ ਗਲਤ ਹੈ ਨਾ, है ना। तो गलत पूछा गया सी था, फिर अपने को आंसर की आ गया ऑप्शन नंबर डी। ठीक है। Navjot's teacher asked few students to perform an experiment described in the textbook। ਨਵਜੋਤ ਦੀ ਟੀਚਰ ਨੇ ਕਿਹਾ ਵੀ ਜਿਹੜਾ ਐਕਸਪੈਰੀਮੈਂਟ ਬੁੱਕ ਦੇ ਵਿੱਚ ਦਿੱਤਾ ਹੋਇਆ ਨਾ, ਤੁਸੀਂ ਉਹਨੂੰ ਕਰਕੇ ਦੇਖੋ ਕਿ ਤੁਹਾਡੇ ਕੋਲ ਹੁੰਦਾ ਹੈ ਕਿ ਨਹੀਂ ਹੁੰਦਾ। However, Navjot found that her results were different from what was described in the book। ਉਹ ਨਵਜੋਤ ਨੇ ਐਕਸਪੈਰੀਮੈਂਟ ਕਰਨਾ ਸਟਾਰਟ ਕਰਤਾ, ਲੇਕਿਨ ਉਹਨੇ ਜਦੋਂ ਦੇਖਿਆ ਵੀ ਉਹਦੇ ਜੋ ਰਿਜ਼ਲਟ ਆ ਰਹੇ ਐਕਸਪੈਰੀਮੈਂਟ ਕਰਨ ਤੋਂ ਬਾਅਦ, ਉਹਦੀ ਬੁੱਕ ਦੇ ਵਿੱਚ ਜੋ ਐਕਸਪੈਰੀਮੈਂਟ ਦਾ ਰਿਜ਼ਲਟ ਆਇਆ ਹੋਇਆ ਉਹਦੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈ। ਠੀਕ ਹੈ, ਹੁਣ ਨਵਜੋਤ ਕੀ ਕਰੇ? ਵੀ ਨਵਜੋਤ? ਉਸਨੂੰ ਪ੍ਰਯੋਗ ਨੂੰ ਬਾਰ-ਬਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਉਸਦੇ ਪ੍ਰਾਪਤ ਨਤੀਜੇ ਕਿਤਾਬ ਵਿੱਚ ਦਰਸਾਏ ਨਤੀਜਿਆਂ ਤੋਂ ਬਰਾਬਰ ਨਹੀਂ ਹੋ ਜਾਂਦੇ। ਬਿਲਕੁਲ ਗਲਤ ਹੈ ਨਾ। ਹੁਣ ਤੁਸੀਂ ਸੇਮ ਪ੍ਰੋਸੀਜਰ ਨੂੰ ਯੂਜ਼ ਕਰਦੇ ਰਹੋਗੇ, ਹੋ ਸਕਦਾ ਹੈ ਤੁਹਾਡਾ ਜਿਹੜਾ ਸੈਂਪਲ ਹੈ ਉਹ ਕੰਟਾਮਿਨੇਟਿਡ ਹੋਵੇ, ਹੋ ਸਕਦਾ ਹੈ ਤੁਸੀਂ ਪਾਣੀ ਜਿਹੜਾ ਯੂਜ਼ ਕੀਤਾ ਹੈ ਉਹ ਸਟਰਲਾਈਜ਼ ਨਾ ਹੋਵੇ, ਹੈਨਾ, ਡਿਸਟਿਲਡ ਵਾਟਰ ਨਾ ਹੋਵੇ, ਤਾਂ ਵਾਰੀ-ਵਾਰੀ ਕਰੀ ਜਾਓ, ਤੁਹਾਡੇ ਐਕਸਪੈਰੀਮੈਂਟ ਦੇ ਰਿਜ਼ਲਟ ਤਾਂ ਉਹੀ ਆਉਣਗੇ, ਹੈਨਾ। ਤਾਂ ਇਹ ਗਲਤ ਹੈ, ਕਿਉਂਕਿ ਜਿਹੜੀ ਸਾਇੰਸ ਹੈ ਨਾ, ਸਾਇੰਸ ਪ੍ਰੈਕਟੀਕੈਲਿਟੀ ਦੇਖਦੀ ਹੈ। ਸਾਇੰਸ ਆਪਣੇ ਕੋਲ ਇੱਕ ਜਿਵੇਂ ਕਹਿੰਦੇ ਆ ਨਾ, ਸੱਚਾਈ ਦੇਖਦੀ ਹੈ। ਸਾਇੰਸ ਦੇ ਵਿੱਚ ਕੋਈ ਝੂਠ ਦਾ ਕੰਮ ਨਹੀਂ ਹੈਗਾ, ਸੱਚਾਈ ਦਾ ਕੰਮ ਹੈ। She should change the observation so that she gets the result reported in the textbook। देखो चलाकी कर ले, नहीं चलाकी नहीं करनी। She should use her friend's observation। ਉਹਦੀ friend ਨੇ ਜੋ observations ਲਿਖੀਆਂ ਹੋਈਆਂ ਉਹਨੂੰ ਕਵੇ ਵੀ ਮੈਨੂੰ ਦੇ ਦੇ, ਮੈਂ ਵੀ ਇਹ use ਕਰ ਲੈਣੀ ਹੈ। ਨਹੀਂ, she should report her observation in the way they are। ਬਿਲਕੁਲ ਜੋ ਉਹਦਾ ਰਿਜ਼ਲਟ ਆਇਆ ਹੈ ਆਪਦੇ ਟੀਚਰ ਨੂੰ ਜਾ ਕੇ ਕਵੇ ਵੀ ਭਾਈ ਮੇਰਾ ਆਹ ਰਿਜ਼ਲਟ ਆਇਆ ਹੈ, ਦੱਸੋ ਇਹ ਸਹੀ ਹੈ ਜਾਂ ਗਲਤ ਹੈ, ਜੋ ਵੀ ਕੁਝ ਹੈ। ਤਾਂ ਆਪਣੇ ਕੋਲ ਆਨਸਰ ਕੀ ਆ ਜਾਏਗਾ? ਦੈਟ ਇਜ਼ ਆਪਸ਼ਨ ਨੰਬਰ ਡੀ। चलो, महक was asked to pair one outdoor and one indoor activity। ਬਾਹਰੀ ਅਤੇ ਇੱਕ ਅੰਦਰੂਨੀ ਗਤੀਵਿਧੀ ਦੇ ਜੋੜੇ ਨੂੰ ਬਣਾਉਣ ਲਈ ਕਿਹਾ ਜਾਂਦਾ ਹੈ ਮਹਿਕ ਨੂੰ। she made 4 pairs but she made some incorrect pairs। 4 ਜੋੜੇ ਬਣਾਏ ਆ ਲੇਕਿਨ ਉਹਨਾਂ ਵਿੱਚੋਂ ਇੱਕ ਗਲਤ ਬਣਾਤਾ। ਕਿਹੜਾ? ਕ੍ਰਿਕਟ ਤੇ ਟੇਬਲ ਟੈਨਿਸ, ਬਿਲਕੁਲ ਸਹੀ ਹੈ, ਦੋਨੋਂ ਬਾਹਰ ਖੇਡਣ ਵਾਲੀਆਂ ਗੇਮਾਂ ਨੇ। ਹਾਕੀ ਤੇ ਸਨੇਕ ਲੈਡਰ, ਹਾਕੀ ਅਤੇ ਸਬਸਿਡੀ, ਠੀਕ ਹੈ।
फुटबॉल एंड चेस बिल्कुल ठीक है, ये बाहर खेडन वाली गेम ने, बाहर खेडन वाली की सॉरी, एक आउटडोर एक इंडोर, बिल्कुल ठीक है। क्रिकेट ते टेबल टेनिस, क्रिकेट इंडोर है, मैं गलत पढ़ लिया। क्रिकेट ते टेबल टेनिस एक आउटडोर है एक इंडोर है, बिल्कुल ठीक है। हॉकी ते स्नेक लैडर सप सीढ़ी आप अंदर बह के खेडते हैं ना, ते हॉकी बाहर खेडते हैं, ये भी सही है। फुटबॉल ते चेस, फुटबॉल बाहर खेडते हैं, चेस अंदर बैठ के खेडते हैं, ये भी सही है। लेकिन की पूछा होया है लूडो ते कैरम, ये दोनों ही अंदर बह के खेडन वाली इंडोर एक्टिविटीज वाली गेम्स ने। आंसर क्या आ जाएगा, यह जोड़ा गलत बनाया हुआ है, तो 140 में आंसर आ जाएगा ऑप्शन नंबर ए। अरेंज द फॉलोइंग स्टेटमेंट इन ऑर्डर, है ना, हेठ लिखिया कथनां नूं सही तरतीब विच दिओ। पानी वड्डियां पाइपां राਹੀਂ ਸਾਡੇ ਘਰ तक पहुंचाया जाता है, ਜ਼ਮੀਨ ਹੇਠੋਂ ਝੀਲਾਂ ਅਤੇ ਨਦੀਆਂ ਵਿੱਚੋਂ ਪਾਣੀ ਖਿੱਚਿਆ ਜਾਂਦਾ, ਬਿਲਕੁਲ ਠੀਕ ਹੈ। ਪਹਿਲੀ ਸਟੇਟਮੈਂਟ ਤਾਂ ਆ ਹੋਏਗੀ ਕਿ ਪਾਣੀ ਖਿੱਚਿਆ ਕਿੱਥੋਂ ਜਾਂਦਾ ਹੈ, ਤਾਂ ਪਹਿਲੀ ਸਟੇਟਮੈਂਟ ਆ ਗਈ 2। क्लोरीन ਨੂੰ ਕੀਟਾਣੂ ਨੂੰ ਮਾਰਨ ਵਾਸਤੇ ਮਿਲਾਇਆ ਜਾਂਦਾ ਹੈ, ਪਾਣੀ ਨੂੰ ਛਾਣਿਆ ਜਾਂਦਾ ਹੈ। ਤਾਂ ਦੇਖੋ ਜਦੋਂ ਆ ਜਾਏਗਾ ਆਪਣੇ ਕੋਲ ਪਾਣੀ ਖਿੱਚਿਆ ਜਾਏਗਾ, ਵਾਟਰ ਇਜ਼ ਪੰਪਡ ਆਊਟ ਆਫ ਲੇਕਸ ਐਂਡ ਰਿਵਰਸ ਆਫ ਫਰਮ ਅੰਡਰਗਰਾਉਂਡ, ਹੈ ਨਾ। ਉਸ ਤੋਂ ਬਾਅਦ ਕੀ ਕਰਾਂਗੇ, ਵਾਟਰ ਨੂੰ ਆਪਾਂ ਫਿਲਟਰ ਕਰਾਂਗੇ, ਵਾਟਰ ਨੂੰ ਫਿਲਟਰ ਕਰਾਂਗੇ, ਮਤਲਬ ਆਪਸ਼ਨ ਨੰਬਰ ਚੌਥਾ। ਉਸ ਤੋਂ ਬਾਅਦ ਕਲੋਰੀਨੇਸ਼ਨ ਕਰਾਂਗੇ, ਜਰਮਸ ਨੂੰ ਕਿਲ ਕਰਨ ਵਾਸਤੇ ਕਲੋਰੀਨ ਨੂੰ ਐਡ ਕਰਾਂਗੇ, ਤਾਂ ਆਪਸ਼ਨ ਨੰबर 3। ठीक है, वाटर इज कैरिड टू आवर होम बाय बिग पाइप्स का आंसर क्या आ जाएगा फिर पहला। दूजा चौथा तीजा ते पहला, देखो दूजा चौथा तीजा ते पहला बिल्कुल ठीक है, वाला ऑप्शन अभी गलत है, अभी गलत है, अभी गलत है, तो ऑप्शन की बन जाएगा अपने को ऑप्शन नंबर। क्लियर है, चलो लो जी थोड़ा सा छोटा कर दिया है ना। चलो एक मिनट, चलो भी अगला क्वेश्चन है, इंटरडिपेंडेंस अमंग ह्यूमंस एनिमल्स एंड प्लांट्स इन ईवीएस इज बेस्ट अंडरस्टूड एज। वातावरण विज्ञान ਵਿੱਚ ਮਨੁੱਖ ਜਾਨਵਰਾਂ ਤੇ ਪੌਦਿਆਂ ਵਿੱਚ ਪਰਸਪਰ ਨਿਰਭਰਤਾ ਨੂੰ ਵਧੀਆ ਤਰੀਕੇ ਨਾਲ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ। ਦੱਸੋ ਬਈ, ਇੱਕ ਸਥਿਤੀ ਜਿਸ ਵਿੱਚ ਜੀਵ ਇੱਕ ਦੂਸਰੇ ਦੀਆਂ ਜੀਵਿਤ ਰਹਿਣ ਦੀਆਂ ਲੋੜਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਮੌਜੂਦ ਰਹਿ ਸਕਣਾ, ਇਹ ਤਾਂ ਹੋ ਹੀ ਨਹੀਂ ਸਕਦਾ ਨਾ, ਹਮੇਸ਼ਾ ਇੰਟਰੈਕਸ਼ਨ ਚੱਲਦੀ ਰਹਿੰਦੀ ਹੈ। ਇਕੋਸਿਸਟਮ ਪੜਿਆ ਹੋਇਆ ਆਪਾਂ। ਇੱਕ ਮੁਕਾਬਲੇ ਦੀ ਪ੍ਰਕਿਰਿਆ ਜਿੱਥੇ ਜੀਵ ਜੰਤੂ ਸੀਮਿਤ ਕੁਦਰਤੀ ਸਰੋਤਾਂ ਵਾਸਤੇ ਸੰਘਰਸ਼ ਕਰਦੇ ਹਨ, ਬਿਲਕੁਲ ਗਲਤ ਹੈ। ਇੱਕ ਕੁਦਰਤੀ ਸਥਿਤੀ ਜਿੱਥੋਂ ਮਨੁੱਖ ਸੁਤੰਤਰ ਤੌਰ ਤੇ ਵਾਤਾਵਰਣਿਕ ਸਾਧਨਾਂ ਦਾ ਪ੍ਰਬੰਧ ਕਰਦਾ ਹੈ, ਤੁਸੀਂ ਕਿਵੇਂ ਕਰ ਸਕਦੇ ਹੋ ਵੀ ਸੁਤੰਤਰ ਤੌਰ ਤੇ, ਹੈ ਨਾ। ਇੱਕ ਗਤੀਸ਼ੀਲ ਰਿਸ਼ਤਾ ਜਿਸ ਵਿੱਚ ਡਾਇਨਾਮਿਕ ਰਿਲੇਸ਼ਨ ਜਿਸ ਵਿੱਚ ਜੀਵ ਜੰਤੂ ਆਪਣੀਆਂ ਜ਼ਰੂਰਤਾਂ ਵਾਸਤੇ ਇੱਕ ਦੂਸਰੇ ਉੱਪਰ ਨਿਰਭਰ ਕਰਦਾ ਹੈ, ਆਪਸ਼ਨ ਨੰਬਰ ਡੀ। ਇਕੋਸਿਸਟਮ ਦੇ ਉੱਪਰ ਡਾਇਰੈਕਟਲੀ ਕੁਐਸਚਨ ਬਣਿਆ ਹੋਇਆ ਆਪਣੇ ਕੋਲ। ਚਲੋ ਤਾਂ ਪਿਛਲੇ ਦਾ 142ਵੇਂ ਦਾ ਆਪਣੇ ਕੋਲ ਆਨਸਰ ਸੀਗਾ ਡੀ। ਤਾਂ ਹੁਣ ਦੇਖਦੇ ਹਾਂ ਆਪਾਂ 143ਵਾਂ क्वेश्चन 143rd। The foundational importance of plants to life on earth lies primarily in their ability to। ਧਰਤੀ ਉੱਪਰ ਜੀਵਨ ਲਈ ਪੌਦਿਆਂ ਦੀ ਬੁਨਿਆਦੀ ਮਹੱਤਤਾ ਮੁੱਖ ਰੂਪ ਵਿੱਚ ਉਹਨਾਂ ਦੀ ਇਸ ਯੋਗਤਾ ਕਰਕੇ ਹੈ। ਆਪਾਂ ਨੂੰ ਪਤਾ ਹੈ ਜਿਹੜੇ ਪਲਾਂਟਸ ਆਕਸੀਜਨ ਪ੍ਰੋਡਿਊਸ ਕਰਦੇ ਆ, ਮੇਨ ਇੰਪੋਰਟੈਂਟ ਰੋਲ ਹੈ ਉਹਨਾਂ ਦਾ। ਤਾਂ ਦੇਖੋ ਆਕਸੀਜਨ ਵਾਲਾ ਪਾਰਟ ਪਿਆ, ਬਿਲਕੁਲ ਪਿਆ। ਪ੍ਰੋਡਿਊਸ ਆਕਸੀਜਨ ਥਰੂ ਫੋਟੋਸਿੰਥੇਸਿਸ ਐਂਡ ਫਾਰਮ ਦਾ ਬੇਸ ਆਫ ਦਾ ਫੂਡ ਚੇਨ। फूड चेन का बेस है तो ऑक्सीजन प्रोड्यूस करता है, तो फाउंडेशनल इंपोर्टेंस की अपने को ऑप्शन नंबर ए। ठीक है, चलो अगला पढ़ते हैं जी आप फिर 144वां। ਤੇ ਸਾਰਿਆਂ ਜਨਾਂ ਨੇ ਕਮੈਂਟ ਬਾਕਸ ਦੇ ਵਿੱਚ ਨਾ ਮੈਂਸ਼ਨ ਜ਼ਰੂਰ ਕਰਨਾ ਹੈ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ, ਕਿੰਨੇ ਕੁਐਸਚਨਸ ਗਲਤ ਹੋਏ। ਚਲੋ, फूड एडल्ट्रेशन भोजन विच मिलावट जनतक सेहत लई एक गंभीर चिंता खड़ी करती है, बिल्कुल खड़ी करती है। अगर आप मिलावट करांगे भोजन दे विच तो एक गंभीर चिंता क्यों खड़ी करती है, क्योंकि रिड्यूस द सेंसरी क्वालिटी एंड मार्केट वैल्यू ऑफ फूड प्रोडक्ट, इंक्रीज ऑफ द फूड कोस्ट नाल की लेना देना भी, अंडरमाइंस कंज्यूमर ट्रस्ट इन फूड सेफ्टी सिस्टम, क्रिएट सिग्निफिकेंट हेल्थ रिस्क पार्टिकुलरली फॉर चिल्ड्रंस, बिल्कुल ठीक है। तो ऑप्शन नंबर डी अपने को आ जाएगा, राइट आंसर आ जाएगा। चलो फटाफट करिए खत्म इनू। Which of the following is a traditional Indian value taught within the family? अपनी पुरानियां ਜਿਹੜੀਆਂ ਫੈਮਿਲੀ ਸੀ ਤਾਂ ਕਿਹੜੀ ਆਪਾਂ ਨੂੰ ਵੈਲਿਊ ਸੀਗੀਆਂ ਉਹ ਸਿਖਾਈਆਂ ਜਾਂਦੀਆਂ ਸੀਗੀਆਂ। ਹੇਠ ਲਿਖਿਆਂ ਵਿੱਚੋਂ ਕਿਹੜੇ ਰਵਾਇਤੀ ਭਾਰਤੀ ਮੁੱਲ ਪਰਿਵਾਰ ਦੁਆਰਾ ਸਿਖਾਏ ਜਾਂਦੇ ਸਨ?
एकता, संवेदना ते दया, सिर्फ अपने ऊपर ही पैसा खर्चना ਤਾਂ गलत है ना, चलो ਉਹਨੂੰ ਤਾਂ ਕੱਟ ਹੀ ਦਿਓ। ਪਿਆਰ ਅਤੇ ਲਗਾਵ ਤਾਂ ਬਿਲਕੁਲ ਜਦੋਂ ਆਪਾਂ ਆਪਣੀ EVS ਦੀ ਕਲਾਸ 4th ਦੀ NCERT ਦੀ ਬੁੱਕ ਪੜ੍ਹਦੇ ਹਾਂ ਨਾ, ਹੈ ਨਾ, ਲੁਕਿੰਗ ਅਰਾਊਂਡ ਨਾਮ ਤੋਂ ਆਪਣੇ ਕੋਲ ਬੁੱਕ ਦਾ ਨਾਮ ਹੈ, ਉਹਦੇ ਵਿੱਚ ਜਦੋਂ ਫੈਮਿਲੀ ਐਂਡ ਫਰੈਂਡਸ ਵਾਲਾ ਟੌਪਿਕ ਪੜ੍ਹਦੇ ਆ ਨਾ, ਤਾਂ ਉਹਦੇ ਵਿੱਚ ਜਿਹੜਾ ਮੇਨ ਫੋਕਸ ਪਤਾ ਕਿਹਦੇ ਤੇ ਕੀਤਾ ਗਿਆ, ਉਹ ਫੋਕਸ ਕੀਤਾ ਗਿਆ ਵੀ ਦੂਜਿਆਂ ਦੇ ਪ੍ਰਤੀ, ਦੂਜਿਆਂ ਦੇ ਦੁੱਖਾਂ ਨੂੰ ਸਮਝਣਾ, ਉਹਨਾਂ ਦੇ ਪ੍ਰਤੀ ਸੰਵੇਦਨਾ ਰੱਖਣਾ, ਉਹਨਾਂ ਦੀ ਹੈਲਪ ਕਰਨਾ, ਹੈਨਾ। ਤਾਂ ਇੱਥੇ ਮੇਰੇ ਅਕੋਰਡਿੰਗ ਜਿਹੜੀਆਂ ਹੈ ਦੋ ਚੀਜ਼ਾਂ ਬਣ ਸਕਦੀਆਂ ਹੈ, ਇੱਕ ਤਾਂ ਸੰਵੇਦਨਾ ਤੇ ਦਇਆ ਜੋ ਮੋਸਟ ਐਪਰੋਪ੍ਰੀਏਟ ਹੈ, ਦੈਟ ਇਜ਼ ਐਮਪੈਥੀ ਐਂਡ ਕੰਪੈਸ਼ਨ, ਤੇ ਦੂਸਰਾ ਆਪਣੇ ਕੋਲ ਪਿਆਰ ਤੇ ਲਗਾਵ ਵੀ ਬਣ ਸਕਦਾ ਹੈ। ਲੇਕਿਨ ਪਿਆਰ ਤੇ ਲਗਾਵ ਅੱਜ ਦੀਆਂ ਫੈਮਿਲੀਜ਼ ਦੇ ਵਿੱਚ ਆਪਾਂ ਦੇਖੀਏ ਇੰਨਾ ਜ਼ਿਆਦਾ ਰਿਹਾ ਨਹੀਂ ਰਿਹਾ ਨਾ, ਵੀ ਆਪਾਂ ਕਹਿੰਦੇ ਆ ਜੀ ਅੱਜ ਦੇ ਟਾਈਮ ਤੇ ਕੀ ਹੋ ਰਿਹਾ ਹੈ, ਹਰ ਕੋਈ ਆਪਦੇ ਵਿੱਚ ਹੀ ਬਿਜ਼ੀ ਹੈ, ਆਪਦੇ ਆਪ ਨੂੰ ਹੀ ਸਵਾਰਨ ਦੇ ਵਿੱਚ ਲੱਗਿਆ ਹੋਇਆ ਹੈ। ਤਾਂ ਦੋ ਆਪਸ਼ਨਸ ਬਣ ਸਕਦੇ ਹੈ, ਆਪਸ਼ਨ ਨੰਬਰ ਸੀ ਵੀ ਬਣ ਸਕਦਾ ਹੈ, ਆਪਸ਼ਨ ਨੰਬਰ ਡੀ ਵੀ ਬਣ ਸਕਦਾ ਹੈ। ਜਿਹੜਾ ਮੋਸਟ ਐਪਰੋਪ੍ਰੀਏਟ ਆਪਣੇ ਕੋਲ ਬਣਦਾ ਹੈ ਉਹ ਬਣਦਾ ਹੈ ਅਕੋਰਡਿੰਗ ਟੂ NCERT EVS ਕਲਾਸ 4 ਲੁਕਿੰਗ ਅਰਾਊਂਡ ਫੈਮਿਲੀਜ਼ ਐਂਡ ਫਰੈਂਡਸ ਦੇ ਵਿੱਚ ਟੌਪਿਕ ਦਿੱਤਾ ਹੈ, ਸਪੈਸੀਫਿਕਲੀ ਲਾਈਨਸ ਇਦਾਂ ਦਾ ਨਹੀਂ ਲਿਖਿਆ ਹੋਈਆਂ, ਲੇਕਿਨ ਇੱਕ ਦੂਸਰੇ ਦੀ ਮਦਦ ਕਰਨਾ, ਆਪਾਂ ਕਹਿੰਦੇ ਜੀ ਇੱਕ ਦੂਸਰੇ ਦੇ ਪ੍ਰਤੀ ਸੰਵੇਦਨਾ ਰੱਖਣਾ, ਇਹ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ। ਤਾਂ ਆਪਸ਼ਨ ਕੀ ਬਣ ਸਕਦਾ ਆਪਣੇ ਕੋਲ, ਦੈਟ ਇਜ਼ ਆਪਸ਼ਨ ਨੰਬਰ ਸੀ। ਠੀਕ ਹੈ, ਤਾਂ ਬਾਕੀ ਦੇਖਾਂਗੇ ਆਨਸਰ ਕੀ ਆਪਾਂ ਨੂੰ ਕੀ ਕਹਿੰਦੀ ਹੈ, ਕੀ ਆਪਸ਼ਨ ਲਗਾਉਂਦੀ ਹੈ ਆਪਣੇ ਲਈ। ਚਲੋ ਤਾਂ ਲਓ ਜੀ 5 ਕੁਐਸਚਨ ਰਹਿ ਗਏ, ਫਟਾਫਟ ਖਤਮ ਕਰੀਏ ਆਪਾਂ ਇਹਨਾਂ ਨੂੰ ਵੀ। चलो, which of the following is the most appropriate way to teach food preservation method? The food preservation ਦੇ डायरेक्ट क्वेश्चन बन गया है ना। क्लास 4 EVS ਲੈਸਨ ਦੇ ਵਿੱਚ ਤੁਸੀਂ ਟ੍ਰੈਡੀਸ਼ਨਲ ਆਪਾਂ ਕਹਿੰਦੇ ਆ ਜੀ ਕਿਵੇਂ ਦੱਸੋਗੇ ਮੋਸਟ ਐਪਰੋਪ੍ਰੀਏਟ ਵੇ, ਟ੍ਰੈਡੀਸ਼ਨਲ ਦਾ ਜੀ ਐਪਰੋਪ੍ਰੀਏਟ ਵੇ ਦੱਸੋਗੇ। ਐਕਸਪਲੇਨਿੰਗ ਸਾਇੰਟਿਫਿਕ ਮੈਥਡਸ ਓਨਲੀ ਲਾਈਕ ਕੈਨਿੰਗ ਐਂਡ ਰੈਫ੍ਰਿਜਰੇਸ਼ਨ, ਨਹੀਂ ਹੋਰ ਵੀ ਤਾਂ ਬਹੁਤ ਸਾਰੇ ਮੈਥਡਸ ਨੇ। ਡਿਸਕਸਿੰਗ ਟ੍ਰੈਡੀਸ਼ਨਲ ਲੋਕਲ ਮੈਥਡਸ ਸਚ ਐਸ ਸਨ ਡਰਾਈਂਗ ਐਂਡ ਪਿਕਲਿੰਗ, ਤਾਂ ਬਿਲਕੁਲ ਠੀਕ ਹੈ ਨਾ। ਆਪਾਂ ਸੂਰਜ ਤੇ ਕੋ ਚੀਜ਼ਾਂ ਰੱਖ ਕੇ ਆਪਾਂ ਕਹਿੰਦੇ ਜੀ ਆਪਾਂ ਆਵਲਾ ਕੈਂਡੀ ਬਣਾਉਣੀ ਹੈ, ਤਾਂ ਆਪਾਂ ਕੀ ਕਰਦੇ ਆ, ਆਪਾਂ ਉਹਨਾਂ ਆਵਲਿਆਂ ਨੂੰ ਸੁਕਾਉਣ ਵਾਸਤੇ ਧੁੱਪ ਤੇ ਰੱਖਦੇ ਆ। ਹੁਣ ਡੀਹਾਈਡਰੇਸ਼ਨ ਕਰਦੇ ਹਾਂ, ਡੀਹਾਈਡਰੇਸ਼ਨ ਨਾਲ ਕੀ ਹੈ, ਜਿਹੜੇ ਮਾਈਕਰੋ ਆਰਗੈਨਿਜ਼ਮ ਪਨਪਨ ਦੀ ਕੋਸ਼ਿਸ਼ ਕਰਦੇ ਉਹ ਖਤਮ ਹੋ ਜਾਂਦੇ ਆ। ਪਿਕਲਿੰਗ ਹੋ ਗਿਆ, ਅਚਾਰ ਵਗੈਰਾ ਹੋ ਗਿਆ, ਆਪਾਂ ਬਣਾਉਨੇ ਆ। ਤਾਂ ਟ੍ਰੈਡੀਸ਼ਨਲ ਮੈਥਡਸ ਆਪਾਂ ਕੀ ਕਰਾਂਗੇ, ਬੱਚਿਆਂ ਦੇ ਸਾਹਮਣੇ ਰੱਖਾਂਗੇ। ਆਸਕਿੰਗ ਸਟੂਡੈਂਟਸ ਟੂ ਮੈਮੋਰਾਈਜ਼ ਤਾਂ ਕਰਨਾ ਹੀ ਨਹੀਂ ਹੈ ਨਾ। ਸ਼ੋਇੰਗ ਪਿਕਚਰਸ ਆਫ ਪੈਕਡ ਫੂਡ ਓਨਲੀ, ਤੁਸੀਂ ਪੈਕਡ ਫੂਡ ਦੀ ਪਿਕਚਰ ਦਿਖਾ ਦਿਓ ਤੇ ਕਹਿ ਦੋ ਵੀ ਹਾਂ ਵੀ ਇਹ ਸਾਡੇ ਪ੍ਰੀਜ਼ਰਵੇਸ਼ਨ ਦੇ ਮੈਥਡਸ ਉਹ ਗਲਤ ਹੈ, ਤਾਂ ਆਪਸ਼ਨ ਕੀ ਆ ਜਾਏਗਾ, ਆਪਸ਼ਨ ਨੰਬਰ ਬੀ ਹੈ ਨਾ। ਉਹਨਾਂ ਨੂੰ ਡੀਹਾਈਡਰੇਸ਼ਨ, ਸਨ ਡਰਾਈਂਗ ਤੇ ਪਿਕਲਿੰਗ ਬਾਰੇ ਦੱਸੋਗੇ, ਮੈਂਸ਼ਨ ਕਰੋਗੇ। ਚਲੋ ਅਗਲੇ ਤੇ ਚਲਿਏ। ਵਿਚ ਆਫ ਦਿਸ ਬੈਸਟ ਇਲਿਸਟ੍ਰੇਟਸ ਪਲਾਂਟ ਅਡੈਪਟੇਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਪੌਦਿਆਂ ਦੇ ਅਨੁਕੂਲਣ ਦੀ ਸਭ ਤੋਂ ਵਧੀਆ ਉਦਾਹਰਣ ਹੈ। ਕੈਕਟਸ ਤਣੇ ਵਿੱਚ ਪਾਣੀ ਦਾ ਭੰਡਾਰ ਕਰਦਾ ਹੈ, ਬਿਲਕੁਲ ਠੀਕ ਹੈ ਜੀ। ਕੈਕਟਸ ਤਣੇ ਦੇ ਵਿੱਚ ਪਾਣੀ ਦਾ ਭੰਡਾਰ ਕਰਦਾ ਹੈ, ਬਿਲਕੁਲ ਕਰਦਾ ਹੈ। ਆਪਾਂ ਕਹਿੰਦੇ ਰੇਗਿਸਤਾਨ ਦੇ ਵਿੱਚ ਕੈਕਟਸ ਉਗਦਾ ਹੈ, ਆਪਦੀ ਲੀਵਸ ਨੂੰ ਮੋਡੀਫਾਈ ਕਰਕੇ ਕਿਹਦੇ ਵਿੱਚ ਕਨਵਰਟ ਕਰ ਲੈਂਦਾ ਹੈ, ਸਪਾਈਨ ਕੰਡਿਆਂ ਦੇ ਵਿੱਚ। ਤੇ ਫੋਟੋਸਿੰਥੇਸਿਸ ਦਾ ਕੰਮ ਕਰਨਾ ਕੌਣ ਸ਼ੁਰੂ ਕਰ ਦਿੰਦਾ ਹੈ, ਆਪਣਾ ਤਣਾ ਹੈ ਨਾ। ਗ੍ਰੀਨ ਕਲਰ ਦਾ ਜਿਹੜਾ ਸਟਰਕਚਰ ਨਜ਼ਰ ਆਉਂਦਾ ਆਪਾਂ ਨੂੰ, ਤਾਂ ਪਾਣੀ ਨੂੰ ਸਟੋਰ ਕਰਦਾ ਹੈ। ਬੈਸਟ ਅਡੈਪਟੇਸ਼ਨ ਦੱਸਣੀ ਹੈ ਤਾਂ ਆਪਾਂ ਆਨਸਰ ਕੀ ਕਰਾਂਗੇ, ਠੀਕ ਹੈ ਜੀ। ਚਲੋ ਲਓ ਜੀ, ਤਾਂ ਅਗਲਾ ਕੁਐਸਚਨ ਹੈ ਆਪਣੇ ਕੋਲ 148। which of the following is a traditional method to protect crop from animals? ਪੁਰਾਣਾ ਮੈਥਡ ਦੱਸਣਾ ਹੈ ਤਾਂ ਕਿ ਜਿਹੜੇ ਆਪਣੇ ਪਸ਼ੂ ਵਗੈਰਾ ਹੈ ਉਹ ਆਪਣੀਆਂ ਫਸਲਾਂ ਨੂੰ ਖਰਾਬ ਨਾ ਕਰ ਸਕਣ। ਤਾਂ ਆਨਸਰ ਕੀ ਆਏਗਾ, ਪੁਰਾਣਾ ਮੈਥਡ ਖੇਤਾਂ ਵਿੱਚ ਪੰਛੀਆਂ ਨੂੰ ਡਰਾਉਣ ਲਈ ਪੁਤਲੇ ਲਗਾਉਣਾ, ਹੈ ਨਾ। ਦੈਟ ਇਜ਼ ਕੀ ਲਿਖਿਆ ਹੋਇਆ, ਸਕੇਅਰ ਕ੍ਰੋਜ਼। ਇਲੈਕਟ੍ਰਿਕ ਫੈਂਸਿੰਗ, ਸਪਰੇਇੰਗ ਕੈਮੀਕਲਸ, ਲਿਵਿੰਗ ਫੀਲਡਸ ਓਪਨ, ਇਹ ਆਪਣੇ ਕੋਲ ਟ੍ਰੈਡੀਸ਼ਨਲ ਮੈਥਡਸ ਨਹੀਂ ਹੈਗੇ। ਅੱਜ ਕੱਲ ਆਏ ਇਲੈਕਟ੍ਰਿਕ ਫੈਂਸਿੰਗ ਵਾਲੇ ਮੈਥਡ ਜਾਂ ਸਪਰੇਇੰਗ ਕੈਮੀਕਲਸ ਦੀ ਸਪਰੇ ਕਰ ਦੋ, ਨਹੀਂ। ਆਪਾਂ ਟ੍ਰੈਡੀਸ਼ਨਲ ਦੱਸਣਾ ਤਾਂ ਆਨਸਰ ਕੀ ਆਏਗਾ, ਦੈਟ ਇਜ਼ ਪੁਤਲੇ। which of the following is an energy giving food? ਤਾਂ ਆਪਾਂ ਨੂੰ ਪਤਾ ਹੈ ਜੀ ਰਾਈਸ ਆਪਾਂ ਨੂੰ એનર્ਜੀ ਦਿੰਦਾ ਹੈ, ਠੀਕ ਹੈ। a student says I eat only rice and no vegetable, ਇੱਕ ਬੱਚਾ ਕਹਿੰਦਾ ਹੈ ਕਲਾਸ ਦੇ ਵਿੱਚ ਮੈਂ ਸਿਰਫ ਕੀ ਖਾਵਾਂਗਾ, ਚਾਵਲ ਖਾਵਾਂਗਾ, ਮੈਂ ਨਹੀਂ ਸਬਜ਼ੀ ਸੁਬਜੀ ਖਾਣੀ, ਤੁਸੀਂ ਖਾ ਲਓ ਖਾਣੀ ਹੈ ਤਾਂ। what is the best pedagogical response to teach balanced nutrition? ਆਪਾਂ ਕਵਾਂਗੇ ਉਹਨੂੰ ਸਮਝਾਵਾਂਗੇ ਕਿਉਂ different nutrients are important and involve students in planning a balanced meal। ਸਾਰੇ ਦੇ ਸਾਰੇ ਨਿਊਟ੍ਰੀਐਂਟ ਜ਼ਰੂਰੀ ਹੈ ਭਾਈ ਤੇਰੇ ਲਈ, ਆਪਣੇ ਮੁੱਢਲੇ ਵਿਕਾਸ ਲਈ, ਆਪਣੀ ਗਰੋਥ ਤੇ ਡਿਵੈਲਪਮੈਂਟ ਲਈ, ਤਾਂ ਤੈਨੂੰ ਖਾਣਾ ਚਾਹੀਦਾ ਹੈ। ਤਾਂ ਆਪਾਂ ਇਸ ਚੀਜ਼ ਬਾਰੇ ਆਪਾਂ ਕੀ ਕਰਾਂਗੇ, ਡਿਸਕਸ ਕਰਾਂਗੇ। ਨਾ ਤਾਂ ਉਹਨੂੰ ਆਪਾਂ ਪਨਿਸ਼ ਕਰਾਂਗੇ, ਨਾ ਤਾਂ ਉਹਦੇ ਪਰਸਨਲ ਚੁਆਇਸ ਦੇ ਕਮੈਂਟਸ ਨੂੰ ਇਗਨੋਰ ਕਰਾਂਗੇ, ਓਨਲੀ ਕਿ ਵਰਡ, ਠੀਕ ਹੈ। ਆਨਸਰ ਕੀ ਬਣ ਜਾਏਗਾ 150 ਦਾ, ਦੈਟ ਇਜ਼ ਆਪਸ਼ਨ ਨੰਬਰ। ਸੋ ਅਲੱਗ-ਅਲੱਗ ਪੋਸ਼ਕ ਤੱਤਾਂ ਬਾਰੇ ਚਰਚਾ ਕਰਾਂਗੇ ਅਤੇ ਵਿਦਿਆਰਥੀਆਂ ਨੂੰ ਸੰਤੁਲਿਤ ਭੋਜਨ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਕਰਾਂਗੇ। ਠੀਕ ਹੈ ਜੀ। ਚਲੋ ਤਾਂ ਦੱਸੋ ਵੀ
ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਹੈ, ਕਿੰਨੇ ਕੁਐਸਚਨਸ ਗਲਤ ਹੋਏ ਹੈ, ਕਿੰਨੇ ਮਾਰਕਸ ਤੁਹਾਡੇ ਈਵੀਐਸ ਦੇ ਵਿੱਚੋਂ ਬਣ ਰਹੇ ਹੈ। ਠੀਕ ਹੈ, ਤਾਂ ਕਮੈਂਟ ਸੈਕਸ਼ਨ ਦੇ ਵਿੱਚ ਸਾਰਿਆਂ ਨੇ ਜ਼ਰੂਰ ਮੈਂਸ਼ਨ ਕਰਨਾ ਹੈ। ਤਾਂ ਠੀਕ ਹੈ ਜੀ, ਫਿਰ ਇਹ ਸੀਗੀ ਤੁਹਾਡੀ ਆਨਸਰ ਕੀ। ਮਿਲਦੇ ਹਾਂ ਆਪਾਂ ਇੱਕ ਨਵੇਂ ਸੈਸ਼ਨ ਦੇ ਨਾਲ। ਥੈਂਕ ਯੂ ਸੋ ਮਚ, ਆਲ ਦੀ ਬੈਸਟ, ਬਾਏ ਬਾਏ, ਟੇਕ ਕੇਅਰ।